ਅਰਦਾਸ ਦਾ ਮਤਲਬ ਹੈ ਬੇਨਤੀ। ਜਦੋਂ ਅਸੀਂ ਆਪਣੇ ਗੁਰੂ ਅੱਗੇ ਬੇਨਤੀ ਕਰਨੀ ਹੈ ਨਾ, ਤੇ ਸਾਨੂੰ ਤਨ ਤੇ ਮਨ ਦੋਵਾਂ ਦੇ ਨਾਲ ਉੱਥੇ ਹੋਣਾ ਚਾਹੀਦਾ ਸੀਗਾ। ਬੜੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਹੀ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਨੂੰ ਸਮਝਣ ਲਈ ਸਾਨੂੰ ਡਿਕਸ਼ਨਰੀ ਖੋਲ੍ਹਣ ਦੀ ਲੋੜ ਨਹੀਂ ਸੀ ਪੈਣੀ। ਜੇ ਤੁਸੀਂ ਸਿੱਖੀ ਦੇ ਸਿੱਖ ਕਿਰਦਾਰ ਦੀ ਗੱਲ ਸਮਝਣੀ ਹੈ ਤਾਂ ਅਰਦਾਸ ਨੂੰ ਸਮਝਣਾ ਸ਼ੁਰੂ ਕਰ ਦਿਓ। ਆਪਣੇ ਆਪਣੇ ਭਰੋਸੇ ਦੇ ਨਾਲ ਸਾਡਾ ਉਹਦੇ ਨਾਲ ਰਿਸ਼ਤਾ ਵੱਖਰਾ ਵੱਖਰਾ ਆ। ਮੇਰਾ ਮੇਰੇ ਗੁਰੂ ਤੇ ਭਰੋਸਾ ਕਿੱਦਾਂ ਦਾ ਆ, ਤੁਹਾਡਾ ਗੁਰੂ ਤੇ ਭਰੋਸਾ ਕਿੱਦਾਂ ਦਾ ਆ, ਇਹਦੇ ਨਾਲ ਪਤਾ ਲੱਗੂਗਾ ਇਹ ਤੁਹਾਡੀ ਜਿਹੜੀ ਆਪਣੀ ਇੰਡੀਵਿਜੂਅਲ ਜਰਨੀ ਹੈ ਉਹਦੀ ਕਹਾਣੀ ਆ। ਸਿਰਫ ਇੱਕ ਓਂਕਾਰ ਨੂੰ ਸਮਝਣ ਮਾਤਰ ਦੀ ਦੇਰ ਆ ਤੇ ਸਾਨੂੰ ਇਹ ਸਮਝ ਲੱਗ ਜੂਗੀ ਕਿ ਗੁਰੂ ਨਾਨਕ ਆਮ ਇਨਸਾਨ ਨਹੀਂ ਆ, ਜਿਨ੍ਹਾਂ ਨੂੰ ਇਹ ਲੋਕ, ਮੈਂ ਵੀ ਇਹ ਕੰਮ ਕਰਦੀ ਰਹੀ ਹਾਂ ਕਿ ਨਾਨਕ ਆਇਆ ਨਾਨਕ ਗਿਆ, ਮੈਂ ਵੀ ਇਹ ਕੰਮ ਕਰਦੀ ਰਹੀ ਹਾਂ। ਪਰ ਜਦੋਂ ਜਾਗੋ ਉਦੋਂ ਸਵੇਰਾ। ਜਿਸ ਦਿਨ ਸਾਨੂੰ ਇੱਕ ਓਂਕਾਰ ਦਾ ਅਰਥ, ਪ੍ਰੋਪਰ ਅਰਥ ਸਮਝ ਆ ਜਾਊਗਾ, ਕਿਉਂਕਿ ਇਹ ਇੱਕ ਐਡਾ ਵੱਡਾ ਵਿਸ਼ਾਲ ਫਲਸਫਾ ਆ ਔਰ ਇਹ ਮੇਰਾ ਮੰਨਣਾ ਆ, ਬੜਾ ਗੂੜ ਮੰਨਣਾ ਆ ਕਿ ਗੁਰੂ ਨਾਨਕ ਦੀ ਸੁਰਤ ਦੇ ਵਿੱਚੋਂ ਨਿਕਲਿਆ ਕੋਈ ਵੀ ਅੱਖਰ ਕਦੀ ਵੀ ਇੰਝ ਹੀ ਨਹੀਂ ਹੋ ਸਕਦਾ ਕਿ ਉਹ ਬੜੀ ਛੋਟੀ ਜਿਹੀ ਗੱਲ ਨਹੀਂ ਹੋ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਗੱਲ ਵੱਲ ਵਧੀਏ, ਮੈਂ ਬਿਗਨਿੰਗ ਦੇ ਵਿੱਚ, ਕਿਉਂਕਿ ਮੈਨੂੰ ਪਿਛਲੀ ਵਾਰੀ ਕਿਸੇ ਸੱਜਣ ਨੇ ਮੈਸੇਜ ਕੀਤਾ ਸੀਗਾ ਕਿ ਤੁਸੀਂ ਪਹਿਲਾਂ ਹੀ ਦੱਸ ਦਿਆ ਕਰੋ ਕਿ ਤੁਹਾਨੂੰ ਜਿਹੜੇ ਸਵਾਲ ਆ ਅਸੀਂ ਕਿੱਥੇ ਪਾ ਸਕਦੇ ਹਾਂ। ਤਾਂ ਉਹਦੇ ਬਾਰੇ ਮੈਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰ ਲਾਂ ਕਿ ਜਿਹੜੇ ਵੀ ਤੁਹਾਡੇ ਕੁਐਸਚਨਸ ਨੇ, ਸਾਨੂੰ ਤੁਹਾਡੇ ਬੱਚਿਆਂ ਦੇ ਜਾਂ ਕਿਸੇ ਦਾ ਵੀ ਕੋਈ ਵੀ ਕੁਐਸਚਨ, ਚਾਹੇ ਉਹ ਹਿੰਦੂ ਦਾ ਕੁਐਸਚਨ ਹੈ, ਚਾਹੇ ਉਹ ਸਿੱਖ ਦਾ ਕੁਐਸਚਨ ਹੈ, ਚਾਹੇ ਉਹ ਮੁਸਲਮਾਨ ਦਾ, ਸੋ ਇਹੋ ਜਿਹੜੀਆਂ ਵੰਡੀਆਂ ਦੇ ਵਿੱਚ ਨਾ ਪੈ ਕੇ ਜੇ ਤੁਹਾਡੇ ਕੋਈ ਵੀ ਕੁਐਸਚਨਸ ਨੇ ਜਿਹੜੇ ਕਿ ਸਿੱਖ ਫਿਲੋਸਫੀ ਦੇ ਥਰੂ ਤੁਸੀਂ ਜਾਣਨਾ ਚਾਹੁੰਦੇ ਆ, ਤੁਸੀਂ ਉਹ ਸਾਨੂੰ ਜ਼ਰੂਰ ਲਿਖ ਕੇ ਭੇਜੋ। ਅਸੀਂ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਆਪਣੇ ਜਿਹੜੇ ਕੁਐਸਚਨਸ ਨੇ ਉਹ info@akalchannel.tv ਦੇ ਉੱਪਰ ਲਿਖ ਕੇ ਭੇਜ ਸਕਦੇ ਹੋ। ਸਬਜੈਕਟ ਦੇ ਵਿੱਚ ਤੁਸੀਂ ਕਿਰਦਾਰੇ ਖਾਲਸਾ ਮੈਂਸ਼ਨ ਕਰ ਦਿਓ ਤਾਂ ਕਿ ਪਤਾ ਲੱਗ ਜਾਏ ਕਿ ਇਹ ਇਸ ਪ੍ਰੋਗਰਾਮ ਲਈ ਸਵਾਲ ਨੇ। ਹੁਣ ਆਪਾਂ ਚੱਲਦੇ ਹਾਂ ਆਪਣੇ ਅੱਜ ਦੇ ਜਿਹੜਾ ਵਿਚਾਰ ਵਟਾਂਦਰਾ ਉਹਦੇ ਵੱਲ। ਮੈਂ ਪਿਛਲੀ ਵਾਰ ਜਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਤਾਂ ਮੈਂ ਇਹ ਕਿਹਾ ਸੀਗਾ ਕਿ ਜਿਹੜੀ ਆਪਣੀ ਅਰਦਾਸ ਹੈ, ਜੇ ਸਿੱਖਾਂ ਨੇ ਬਹੁਤਾ ਕੁਛ ਨਹੀਂ ਤਾਂ ਸਿਰਫ ਆਪਣੀ ਅਰਦਾਸ ਨੂੰ ਹੀ ਚੰਗੀ ਤਰ੍ਹਾਂ ਸਮਝ ਕੇ ਮਨ 'ਚ ਵਸਾ ਲਿਆ ਹੁੰਦਾ ਔਰ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਜਿਹੜਾ ਸਾਡਾ ਕਿਰਦਾਰ ਸਿਰਜਿਆ ਗਿਆ ਸੀ, ਸਾਨੂੰ ਉਹ ਸਮਝਣਾ ਬੜਾ ਆਸਾਨ ਹੋ ਜਾਣਾ ਸੀਗਾ। ਪਰ ਹੋਇਆ ਕੀ ਕਿ ਅਸੀਂ ਅਰਦਾਸ ਨੂੰ ਵੀ ਸਿਰਫ ਅੱਖਰਾਂ ਤੱਕ ਹੀ ਸੀਮਿਤ ਕਰ ਲਿਆ। ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਨਹੀਂ ਤੇ ਹਰ ਇੱਕ ਅਰਦਾਸ ਤੇ ਜਿਹੜੀ ਇੱਕ ਵਰਡ ਹੈ ਉਹਦੇ ਵਿੱਚ ਤੁਹਾਨੂੰ ਪੂਰਾ ਦਾ ਪੂਰਾ ਸਿੱਖ ਫਲਸਫਾ ਜਿਹੜਾ ਹੈ ਉਹ ਜਿਉਂਦਾ ਜਾਗਦਾ ਨਜ਼ਰ ਆਉਂਦਾ ਆ। ਪਰ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਇੱਕ ਮਕੈਨੀਕਲ ਵਰਤਾਰਾ, ਜਿਹੜੀ ਮੈਂ ਪਹਿਲੇ ਐਪੀਸੋਡ ਤੋਂ ਹੀ ਗੱਲ ਕਰਦੀ ਆ ਰਹੀ ਹਾਂ, ਜਿਹਦੇ ਨਾਲ ਚੀਜ਼ਾਂ ਕਰਮਕਾਂਡ 'ਚ ਤਬਦੀਲ ਹੋ ਜਾਂਦੀਆਂ ਆ, ਅਸੀਂ ਐਗਜ਼ੈਕਟਲੀ ਉਸੇ ਵਰਤਾਰੇ ਦੇ ਵਿੱਚ ਸਲਿੱਪ ਹੁੰਦੇ ਗਏ ਆਪਣੀ ਅਰਦਾਸ ਨੂੰ ਲੈ ਕੇ ਵੀ। ਹੁਣ ਵੀ ਇਹ ਹੁੰਦਾ ਆ ਕਿ ਅਰਦਾਸ ਭਾਈ ਸਾਹਿਬ ਕਰ ਰਹੇ ਹੁੰਦੇ ਆ ਜਾਂ ਜਿਹੜਾ ਵੀ ਕੋਈ ਅਰਦਾਸ ਕਰਦਾ ਤਾਂ ਆਪਾਂ ਉਹਦੇ ਪਿੱਛੇ ਸਿਰਫ ਖੜੇ ਹੁੰਦੇ ਆ, ਸਰੀਰਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ ਨਹੀਂ। ਔਰ ਸਾਨੂੰ ਇੰਨਾ ਕੁ ਪਤਾ ਆ ਕਿਉਂਕਿ ਸਾਡੀ ਟ੍ਰੇਨਿੰਗ ਹੋ ਚੁੱਕੀ ਆ ਕਿ ਅਸੀਂ ਇੰਨੇ ਕੁ ਟਾਈਮ ਦੇ ਬਾਅਦ ਵਾਹਿਗੁਰੂ ਜੀ ਬੋਲਣਾ ਤੇ ਉਹ ਅਸੀਂ ਉਹਨਾਂ ਕੁ ਬੋਲ ਦਿੰਦੇ ਆ। ਸਾਨੂੰ ਕਰਨਾ ਇਹ ਸੀ ਕਿ ਜਦੋਂ ਅਸੀਂ ਅਰਦਾਸ ਦਾ ਮਤਲਬ ਹੈ ਬੇਨਤੀ। ਜਦੋਂ ਅਸੀਂ ਆਪਣੇ ਗੁਰੂ ਅੱਗੇ ਬੇਨਤੀ ਕਰਨੀ ਹੈ ਨਾ, ਤੇ ਸਾਨੂੰ ਤਨ ਤੇ ਮਨ ਦੋਵਾਂ ਦੇ ਨਾਲ ਉੱਥੇ ਹੋਣਾ ਚਾਹੀਦਾ ਸੀਗਾ। ਅਸੀਂ ਉਹ ਨਹੀਂ ਹੁੰਦੇ। ਕੁਛ ਸਮੇਂ ਪਹਿਲਾਂ ਤੱਕ ਤਾਂ ਇਹ ਸੀਗਾ ਕਿ ਅਰਦਾਸ ਦੇ ਦੌਰਾਨ ਤੁਸੀਂ ਚੱਲਣਾ ਫਿਰਨਾ ਨਹੀਂ ਹੁੰਦਾ। ਮਤਲਬ ਇਹ ਨਹੀਂ ਕਿ ਅਰਦਾਸ ਚੱਲ ਰਹੀ ਹੈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਘੁੰਮ ਫਿਰ ਰਹੇ ਹਾਂ। ਹੁਣ ਤੇ ਅਸੀਂ ਉਹ ਵੀ ਚੀਜ਼ ਆਪਣੇ ਵਿੱਚੋਂ ਮਾਈਨਸ ਕਰ ਦਿੱਤੀ। ਹੁਣ ਅਰਦਾਸ ਚੱਲ ਰਹੀ ਹੁੰਦੀ ਆ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਕਦੀ ਬਾਹਰ ਕਦੀ ਅੰਦਰ ਆਪਣੀ ਮਰਜ਼ੀ ਨਾਲ ਅਸੀਂ ਕੰਮ ਕਰਦੇ ਰਹਿੰਦੇ ਹਾਂ। ਸਾਡੇ ਕੋਲ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਐਕਸਕਿਊਜ਼ ਜਿਹੜਾ ਉਹ ਘੜਿਆ ਪਿਆ ਆ। ਆਪਾਂ ਐਕਸਕਿਊਜ਼ਸ ਤੋਂ ਬਾਹਰ ਨਿਕਲ ਕੇ ਇਹਨਾਂ ਚੀਜ਼ਾਂ ਦੀ ਜਿਹੜੀ ਸੂਖਸ਼ਮਤਾ ਆ ਉਹਦੇ ਵੱਲ ਚੱਲੀਏ। ਜਿਹੜੀ ਇਹਨਾਂ ਦੀ ਬਰੀਫ ਔਰ ਬੜੀ ਇੱਕ ਪ੍ਰੀਸਾਈਜ਼ ਜੋ ਸਾਨੂੰ ਮੈਸੇਜਿਸ ਆ, ਅਸੀਂ ਉਹਦੇ ਵੱਲ ਚੱਲੀਏ ਕਿ ਸਾਨੂੰ ਇਹ ਕਹਿਣਾ ਕੀ ਚਾਹੁੰਦਾ ਆ। ਹੁਣ ਮੈਂ ਅਰਦਾਸ ਦੇ ਉੱਪਰ ਹੀ ਇੰਨਾ ਜ਼ਿਆਦਾ ਜਿਹੜਾ ਜ਼ੋਰ ਆ ਉਹ ਕਿਉਂ ਦੇ ਰਹੀ ਹਾਂ, ਕਿਉਂਕਿ ਅਰਦਾਸ ਦੇਖੋ, ਜਦੋਂ ਅਸੀਂ ਪਾਠ ਕਰਦੇ ਹਾਂ ਨਾ ਤੇ ਉਹਦੇ ਵਿੱਚ ਸਾਡੇ ਕੋਲ ਫਿਰ ਇੱਕ ਐਕਸਕਿਊਜ਼ ਆ ਜਾਂਦਾ ਕਿ ਅੱਖਰ ਹੈ ਥੋੜ੍ਹੇ ਜਿਹੇ ਜਿਹੜੇ ਆ ਨਾ ਸਾਨੂੰ ਮੁਸ਼ਕਿਲ ਲੱਗਦੇ ਆ, ਸਮਝ ਨਹੀਂ ਲੱਗਦੇ ਤੇ ਆਪਾਂ ਉਹਨੂੰ ਅੱਗੇ ਤੋਰ ਦਿੰਦੇ ਹਾਂ। ਅਰਦਾਸ ਬੜੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਆ। ਬੜੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਹੀ ਅਰਦਾਸ ਕੀਤੀ ਜਾਂਦੀ ਹੈ। ਉਹਦੇ ਵਿੱਚ
ਅਰਦਾਸ ਨੂੰ ਸਮਝਣ ਲਈ ਸਾਨੂੰ ਡਿਕਸ਼ਨਰੀ ਖੋਲ੍ਹਣ ਦੀ ਲੋੜ ਨਹੀਂ ਸੀ ਪੈਣੀ, ਪਰ ਅਸੀਂ ਉਹਨੂੰ ਵੀ ਬੜੇ ਅੱਖਰੀ ਤਰੀਕੇ ਦੇ ਨਾਲ ਹੀ ਬਸ ਜੀ ਹਾਂਜੀ ਕੋਈ ਬੋਲ ਰਿਹਾ ਆਪਾਂ ਸੁਣ ਰਹੇ ਹਾਂ, ਉਹਨੂੰ ਇੱਕ ਮਕੈਨੀਕਲ ਜਿਹੇ ਵਰਤਾਰੇ ਦੇ ਵਿੱਚ ਬਣਾ ਕੇ ਆਪਾਂ ਖੜਾ ਕਰ ਦਿੱਤਾ। ਇਸ ਕਰਕੇ ਮੈਂ ਬਾਰ-ਬਾਰ ਅਰਦਾਸ ਦੀ ਗੱਲ ਕਰਦੀ ਹਾਂ ਕਿ ਟੂ ਬਿਗਿਨ ਵਿਦ, ਜੇ ਤੁਸੀਂ ਸਿੱਖੀ ਦੇ ਸਿੱਖ ਕਿਰਦਾਰ ਦੀ ਗੱਲ ਸਮਝਣੀ ਹੈ ਤਾਂ ਅਰਦਾਸ ਨੂੰ ਸਮਝਣਾ ਸ਼ੁਰੂ ਕਰ ਦਿਓ। ਤੁਹਾਡੇ ਕੋਲ ਅਰਦਾਸ ਦੇ ਵਿੱਚ ਕੱਲੀ ਚੀਜ਼ ਆ ਜਾਊਗੀ। ਗੁਰੂ ਸਾਹਿਬਾਨ ਵੀ ਆ ਜਾਣਗੇ, ਉਹਨਾਂ ਦੇ ਫਲਸਫੇ ਵੀ ਆ ਜਾਣਗੇ, ਉਹਨਾਂ ਦੇ ਫਲਸਫੇ ਦੇ ਵਿੱਚੋਂ ਜਿਹੋ ਜਿਹਾ ਸਿੱਖ ਨਿਕਲਿਆ ਹੈ ਨਾ ਉਹ ਵੀ ਤੁਹਾਨੂੰ ਸਮਝ ਆ ਜਾਊਗਾ। ਔਰ ਫਿਰ ਅਸੀਂ ਆਪਣੇ ਗੁਰੂ ਕੋਲੋਂ ਦਾਨ ਕੀ ਮੰਗਦੇ ਹਾਂ ਉਹ ਵੀ ਤੁਹਾਨੂੰ ਸਮਝ ਆ ਜਾਊਗਾ। ਤਾਂ ਅਰਦਾਸ ਦੇ ਵਿੱਚ ਪੂਰਾ ਦਾ ਪੂਰਾ ਸਿੱਖ ਫਲਸਫਾ ਜਿਹੜਾ ਹੈ ਉਹ ਸਮਾਇਆ ਹੋਇਆ ਹੈਗਾ, ਜੇ ਅਸੀਂ ਉਹਨੂੰ ਸਮਝ ਲੈਂਦੇ। ਇਸ ਲਈ ਮੈਂ ਅਰਦਾਸ ਦੇ ਉੱਤੇ ਇੰਨਾ ਜ਼ਿਆਦਾ ਜ਼ੋਰ ਦਿੰਦੀ ਹਾਂ ਕਿ ਤੁਸੀਂ ਅਰਦਾਸ ਬਹੁਤਾ ਕੁਛ ਨਹੀਂ, ਸਿਰਫ ਅਰਦਾਸ ਨੂੰ ਹੀ ਸਮਝ ਕੇ ਅੰਦਰ ਵਸਾਉਣਾ ਸ਼ੁਰੂ ਕਰ ਦਿਓ। ਹੁਣ ਆਪਾਂ ਚੱਲੀਏ ਕਿ ਅਰਦਾਸ ਨੂੰ ਸਮਝਣ ਵਾਸਤੇ ਮੈਂ ਤੁਹਾਡੇ ਜਾਂ ਤੁਸੀਂ ਮੇਰੀ ਕਿੱਦਾਂ ਮਦਦ ਕਰ ਸਕਦੇ ਹਾਂ। ਦੇਖੋ, ਜਦੋਂ ਆਪਾਂ ਗੱਲ ਕਰਾਂਗੇ ਨਾ ਸਮਝਣ ਦੀ, ਤਾਂ 2 ਲੈਵਲਸ ਦੇ ਉੱਪਰ ਜਾ ਕੇ ਗੱਲ ਸਮਝਣੀ ਪਊਗੀ। ਪਹਿਲਾ ਸ਼ਬਦਾਰਥ ਲੈਵਲ ਦੇ ਉੱਤੇ, ਦੂਸਰਾ ਸੁਪਰ ਕੌਨਸ਼ੀਅਸ ਲੈਵਲ ਦੇ ਉੱਤੇ। ਹੁਣ ਜਿਹੜਾ ਤਾਂ ਹੈ ਸੁਪਰ ਕੌਨਸ਼ੀਅਸ ਲੈਵਲ, ਉਹ ਹੈ ਤੁਹਾਡਾ ਤੇ ਤੁਹਾਡੇ ਗੁਰੂ ਦਾ ਆਪਸੀ ਰਿਸ਼ਤਾ। ਤੁਸੀਂ ਆਪਣੇ ਗੁਰੂ ਨੂੰ ਕਿੰਨਾ ਜਾਣਦੇ ਆ, ਗੁਰੂ ਤੁਹਾਨੂੰ ਕਿੰਨਾ ਕੁ ਅਪਣਾ ਰਹੇ ਆ, ਜਾਂ ਤੁਸੀਂ ਉਹਨਾਂ ਦੇ ਅਪਣਾਏ ਜਾਣ ਵੱਲ ਕਿੰਨੇ ਕੁ ਪੈਰ ਪੁੱਟ ਚੁੱਕੇ ਹੋ, ਇਹ ਗੱਲ ਉੱਥੇ ਆ ਕੇ ਖੜੀ ਹੋਊਗੀ। ਕਿਉਂਕਿ ਇਹ ਇੱਕ ਤੁਹਾਡਾ ਜਿਹੜਾ ਸਪਿਰਿਚੁਅਲ ਰਿਸ਼ਤਾ ਆ, ਜਿਹੜੀ ਗੁਰਬਾਣੀ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਕਰਦੀ ਆ, ਸੁਪਰ ਕੌਨਸ਼ੀਅਸ ਲੈਵਲ ਦੇ ਉੱਪਰ ਤੁਸੀਂ ਉਦੋਂ ਸਮਝੋਗੇ। ਸੋ ਉਹਦੇ ਵਿੱਚ ਨਾ ਤੁਸੀਂ ਮੇਰੀ ਕੋਈ ਮਦਦ ਕਰ ਸਕਦੇ ਹੋ, ਨਾ ਮੈਂ ਤੁਹਾਡੀ ਕੋਈ ਮਦਦ ਕਰ ਸਕਦੀ ਹਾਂ, ਕਿਉਂਕਿ ਉਹ ਸਾਡੀ ਇੱਕ ਇੰਡੀਵਿਜੂਅਲ ਜਰਨੀ ਹੈ। ਉਹ ਮੇਰੇ ਗੁਰੂ ਦੇ ਉੱਤੇ ਭਰੋਸਾ ਕਿੱਦਾਂ ਦਾ ਆ, ਤੁਹਾਡਾ ਗੁਰੂ ਤਾਂ ਸਾਡਾ ਸਾਰਾ ਸਾਂਝਾ ਹੀ ਆ, ਪਰ ਸਾਡੇ ਆਪਣੇ ਭਰੋਸੇ ਦੇ ਨਾਲ ਸਾਡਾ ਉਹਦੇ ਨਾਲ ਰਿਸ਼ਤਾ ਵੱਖਰਾ ਆ। ਮੇਰੇ ਗੁਰੂ 'ਤੇ ਭਰੋਸਾ ਕਿੱਦਾਂ ਦਾ ਆ, ਤੁਹਾਡਾ ਗੁਰੂ 'ਤੇ ਭਰੋਸਾ ਕਿੱਦਾਂ ਦਾ ਆ, ਇਹਦੇ ਨਾਲ ਪਤਾ ਲੱਗੂਗਾ ਇਹ ਤੁਹਾਡੀ ਜਿਹੜੀ ਆਪਣੀ ਇੰਡੀਵਿਜੂਅਲ ਜਰਨੀ ਹੈ ਉਹਦੀ ਕਹਾਣੀ ਆ। ਸੋ ਸੁਪਰ ਕੌਨਸ਼ੀਅਸ ਲੈਵਲ ਨੂੰ ਤਾਂ ਆਪਾਂ ਨਹੀਂ ਛੇੜਾਂਗੇ। ਸ਼ਬਦਾਰਥ ਲੈਵਲ ਦੇ ਉੱਤੇ ਮੈਂ ਤੁਹਾਡੀ ਤੇ ਤੁਸੀਂ ਮੇਰੀ ਮਦਦ ਕਰ ਸਕਦੇ ਹਾਂ ਸਮਝਣ ਵਾਸਤੇ। ਹੁਣ ਜਦੋਂ ਆਪਾਂ ਸ਼ਬਦਾਰਥ ਲੈਵਲ 'ਤੇ ਜਾਈਏ ਤਾਂ ਜਿਹੜੀ ਪਹਿਲੀ ਲਾਈਨ ਹੈ ਅਰਦਾਸ ਦੀ, ਉਹ ਹੈ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਹੜਾ ਇਹਦਾ ਪਹਿਲਾ ਹੀ ਅੱਖਰ ਹੈ ਨਾ, ਇੱਕ ਓਂਕਾਰ, ਆਪਾਂ ਉਹਦੇ ਵੱਲ ਚੱਲਦੇ ਹਾਂ। ਬਹੁਤਾ ਵਾਹਿਗੁਰੂ ਜੀ ਕੀ ਫਤਿਹ ਵੱਲ ਤਾਂ ਆਪਾਂ ਬਾਅਦ ਚਾਹਾਂਗੇ। ਸਭ ਤੋਂ ਪਹਿਲਾਂ ਆਪਾਂ ਇੱਕ ਓਂਕਾਰ ਨੂੰ ਹੀ ਸਮਝਣ ਦੀ ਗੱਲ ਕਰ ਲਈਏ। ਦੇਖੋ, ਅਰਦਾਸ ਸ਼ੁਰੂ ਦੇ ਵਿੱਚ ਵੀ ਇੱਕ ਓਂਕਾਰ ਪਹਿਲਾ ਅੱਖਰ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਪਹਿਲਾ ਫੁਰਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਦਿੰਦੇ ਆਪਣੇ ਮੁੱਖ 'ਚੋਂ, ਉਹ ਵੀ ਇੱਕ ਓਂਕਾਰ ਹੀ ਹੈ। ਤਕਰੀਬਨ ਸਾਡੇ ਹਰ ਇੱਕ ਕੰਮ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਇੱਕ ਓਂਕਾਰ ਤੋਂ ਆਪਾਂ ਕਰਦੇ ਹਾਂ। ਹੁਣ ਸਵਾਲ ਆਪਾਂ ਆਪਣੇ ਆਪ ਨੂੰ ਇਹ ਕਰੀਏ ਕਿ ਇਹ ਜੋ ਇੱਕ ਓਂਕਾਰ ਹੈ, ਸਾਡੇ 'ਚੋਂ ਕਿੰਨੇ ਲੋਕ ਇੱਕ ਓਂਕਾਰ ਨੂੰ ਸਮਝਦੇ ਆ। ਜਿੰਨਾ ਵੀ ਹਰ ਇੱਕ ਕੰਮ ਦੇ ਵਿੱਚ, ਚਾਹੇ ਉਹ ਜਪਜੀ ਸਾਹਿਬ ਅਸੀਂ, ਕਿਉਂਕਿ ਜਿੰਨੀ ਵਾਰੀ ਵੀ ਅਸੀਂ ਪਾਠ ਕਰਦੇ ਹਾਂ, ਜਿੰਨੀ ਵਾਰੀ ਵੀ ਅਸੀਂ ਅਰਦਾਸ ਕਰਦੇ ਹਾਂ, ਇੱਕ ਓਂਕਾਰ ਦਾ ਜ਼ਿਕਰ ਬਾਰ-ਬਾਰ ਆਉਂਦਾ ਹੀ ਆਉਂਦਾ ਆ। ਔਰ ਅਸੀਂ ਇਹਨੂੰ ਬੋਲਦੇ ਵੀ ਹਾਂ। ਇੱਕ ਓਂਕਾਰ ਸ਼ਾਇਦ ਹਰ ਇੱਕ ਸਿੱਖ ਨੇ ਆਪਣੀ ਲਾਈਫ 'ਚ ਪਤਾ ਨਹੀਂ ਕਿੰਨੀ ਵਾਰੀ ਬੋਲਿਆ ਹੋਊਗਾ, ਪਰ ਕਿਆ ਅਸੀਂ ਉਸ ਇੱਕ ਓਂਕਾਰ ਨੂੰ ਸਮਝ ਪਾਏ ਹਾਂ? ਕਿਆ ਅਸੀਂ ਉਸ ਨੂੰ ਆਪਣੇ ਅੰਦਰ ਵਸਾ ਪਾਏ ਹਾਂ? ਅੰਦਰ ਤਾਂ ਵਸਦਾ ਜੇ ਸਮਝਦੇ। ਹੁਣ ਅਸੀਂ ਕਿਆ ਉਹਨੂੰ ਸਮਝ ਪਾਏ ਹਾਂ? ਇਹਦੇ ਵੱਲ ਚੱਲੀਏ। ਜਿਸ ਦਿਨ ਸਾਨੂੰ ਇੱਕ ਓਂਕਾਰ ਦਾ ਪ੍ਰੋਪਰ ਅਰਥ ਸਮਝ ਆ ਜਾਊਗਾ, ਕਿਉਂਕਿ ਇਹ ਇੱਕ ਐਡਾ ਵੱਡਾ ਵਿਸ਼ਾਲ ਫਲਸਫਾ ਆ, ਔਰ ਇਹ ਮੇਰਾ ਮੰਨਣਾ ਆ, ਬੜਾ ਗੂੜ ਮੰਨਣਾ ਆ ਕਿ ਗੁਰੂ ਨਾਨਕ ਦੀ ਸੁਰਤ ਦੇ ਵਿੱਚੋਂ ਨਿਕਲਿਆ ਕੋਈ ਵੀ ਅੱਖਰ ਕਦੀ ਵੀ ਇੰਝ ਹੀ ਨਹੀਂ ਹੋ ਸਕਦਾ ਕਿ ਉਹ ਬੜੀ ਛੋਟੀ ਜਿਹੀ ਗੱਲ ਨਹੀਂ ਹੋ ਸਕਦੀ। ਰਜਨੀਸ਼ ਓਸ਼ੋ ਨੇ ਤਕਰੀਬਨ ਹਰ ਇੱਕ ਧਰਮ ਦੀ ਜਿਹੜੀ ਹੈ ਨਾ, ਉਹਨੇ ਮਜ਼ਾਕ ਉਡਾਇਆ ਆ। ਅਤੇ ਪਰ ਜਦੋਂ ਉਹ ਗੁਰੂ ਨਾਨਕ ਦੇ ਮੂਲ ਮੰਤਰ ਦੀ ਗੱਲ ਕਰਦਾ ਨਾ, ਤਾਂ ਉਦੋਂ ਉਹ ਇਹ ਕਹਿੰਦਾ ਆ ਕਿ ਗੁਰੂ ਨਾਨਕ ਦੇ ਮੂੰਹ 'ਚੋਂ ਨਿਕਲਿਆ ਇੱਕ ਅੱਖਰ ਆਪਣੇ ਆਪ ਦੇ ਵਿੱਚ ਕਈ ਵੇਦ ਸਮਾਈ ਬੈਠਾ ਆ। ਹੁਣ ਵੇਦ 4 ਵੇਦਾਂ ਦੀ ਉਹ ਗੱਲ ਨਹੀਂ ਕਰ ਰਿਹਾ, ਵੇਦ ਮਤਲਬ ਜਿਨ੍ਹਾਂ ਦੇ ਵਿੱਚ ਨੌਲੇਜ ਆ। ਕਈ ਵੇਦ ਗੁਰੂ ਨਾਨਕ ਦੇ ਇੱਕ ਅੱਖਰ ਦੇ ਵਿੱਚ ਆ, ਅਤੇ ਪਰ ਅਸੀਂ ਕਿੰਨਾ ਕੁ ਸਮਝੇ ਹਾਂ, ਇਹ ਸਾਡੀ ਸਮਝ ਦੇ ਉੱਤੇ ਆ। ਹੁਣ ਸਭ ਤੋਂ ਪਹਿਲਾਂ ਆਪਾਂ ਇਹ ਜਵਾਬ ਲੱਭਣਾ ਸ਼ੁਰੂ ਕਰੀਏ ਕਿ ਜਿਹੜੇ ਗੁਰੂ ਨਾਨਕ ਨੇ ਇੱਕ ਓਂਕਾਰ ਦੀ ਗੱਲ ਕੀਤੀ ਆ, ਉਹ ਕੀ ਆ। ਔਰ ਜਿਸ ਦਿਨ ਸਾਨੂੰ, ਮੈਂ ਪਹਿਲਾਂ ਵੀ ਇਹ ਗੱਲ ਕਹਿ ਲਈ ਕਿ ਜਿਸ ਦਿਨ ਸਾਨੂੰ ਇਸ ਗੱਲ ਦਾ ਸਮਝ ਆ ਗਈ, ਇੱਕ ਓਂਕਾਰ ਦੇ ਅਰਥ ਸਾਨੂੰ ਸਮਝ ਆ ਗਏ ਨਾ, ਗੁਰੂ ਨਾਨਕ ਦੀ ਜਿਹੜੀ ਵਿਸ਼ਾਲਤਾ ਆ, ਗੁਰੂ ਨਾਨਕ ਦੀ ਅਸਤਿਤਵ ਦੀ ਜਿਹੜੀ ਵਿਸ਼ਾਲਤਾ ਆ, ਜਿਹੜੀ ਉਹਨਾਂ ਦੀ ਸਪਿਰਿਚੁਅਲ ਵਿਸ਼ਾਲਤਾ ਆ, ਉਹਦੀ ਇੱਕ ਝਲਕ ਮਾਤਰ ਜਿਹੜੀ ਆ ਉਹ ਸਾਨੂੰ ਸਮਝ ਆਉਣੀ ਸ਼ੁਰੂ ਹੋ ਜੂਗੀ। ਉਹ
ਉਹਨਾਂ ਦੀ ਜਿਹੜੀ ਰੌਸ਼ਨ ਸ਼ਖਸੀਅਤ ਆ ਉਹਦੀ ਇੱਕ ਝਲਕ ਸਾਡੇ ਸਾਹਮਣੇ ਆ ਜਾਊਗੀ, ਇੱਕ ਝਲਕ ਮਾਤਰ। ਪੂਰਾ ਗੁਰੂ ਨਾਨਕ ਦੀ ਪੂਰੀ ਜਿਹੜੀ ਸ਼ਖਸੀਅਤ ਆ ਉਹਨੂੰ ਸਮਝਣਾ ਜਾਂ ਉਹਨੂੰ ਦੇਖ ਪਾਉਣਾ ਤੇ ਸਾਡੀਆਂ ਅੱਖਾਂ ਦੇ ਬਸ ਦੀ ਗੱਲ ਨਹੀਂ, ਪਰ ਇੱਕ ਝਲਕ ਮਾਤਰ ਸਾਨੂੰ ਜ਼ਰੂਰ ਸਮਝ ਆ ਜਾਊਗੀ। ਉਦੋਂ ਸਾਨੂੰ ਇਹ ਸਮਝ ਲੱਗ ਜਾਊਗਾ ਕਿ ਭਾਈ ਗੁਰਦਾਸ ਕਿਉਂ ਕਹਿੰਦੇ ਨੇ ਆਪ ਨਾਰਾਇਣ ਕਲਾਧਾਰ ਇਸ ਜਗ ਮੇਂ ਪਰਵਰਿਓ। ਕਿਉਂ ਉਹ ਜਿਸ ਨੂੰ ਉਹ ਕਹਿੰਦੇ ਨੇ ਆਜੂਨੀ, ਤੇ ਫਿਰ ਆਜੂਨੀ ਨੂੰ ਉਹ ਕਿਉਂ ਕਹਿੰਦੇ ਨੇ ਵੀ ਉਹ ਕਲਾਧਾਰ ਇਸ ਜਗ 'ਚ ਆ ਗਿਆ। ਉਹ ਜਦੋਂ ਸਿਰਫ ਇੱਕ ਓਂਕਾਰ ਨੂੰ ਸਮਝਣ ਮਾਤਰ ਦੀ ਦੇਰ ਆ ਤੇ ਸਾਨੂੰ ਇਹ ਸਮਝ ਲੱਗ ਜੂਗੀ ਕਿ ਗੁਰੂ ਨਾਨਕ ਆਮ ਇਨਸਾਨ ਨਹੀਂ ਆ, ਜਿਨ੍ਹਾਂ ਨੂੰ ਇਹ ਲੋਕ, ਮੈਂ ਵੀ ਇਹ ਕੰਮ ਕਰਦੀ ਰਹੀ ਹਾਂ ਕਿ ਨਾਨਕ ਆਇਆ ਨਾਨਕ ਗਿਆ, ਮੈਂ ਵੀ ਇਹ ਕੰਮ ਕਰਦੀ ਰਹੀ ਹਾਂ, ਪਰ ਜਦੋਂ ਜਾਗੋ ਉਦੋਂ ਸਵੇਰਾ। ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ, ਔਰ ਸ਼ਾਇਦ ਸਿੱਖਾਂ ਨੇ ਹੀ ਬਿਲਕੁਲ ਉਹਨਾਂ ਨੂੰ ਬੜੇ ਛੋਟੇ ਲੈਵਲ ਦੇ ਉੱਤੇ ਸਮਝਿਆ ਆ। ਅਸੀਂ ਇੱਕ ਆਮ ਇਨਸਾਨ ਦੇ ਨਾਲ ਇੱਕ ਤੁਲਨਾਤਮਕ, ਜੋ ਲੋਕਾਂ ਨੇ ਸਾਨੂੰ ਖਾਸ ਤੌਰ 'ਤੇ ਜੋ ਸਾਡੇ ਵਿਰੋਧੀ ਆ ਉਹਨਾਂ ਨੇ ਪਰੋਸ ਕੇ ਦਿੱਤਾ, ਗੁਰੂ ਨਾਨਕ ਨੂੰ ਇੱਕ ਆਮ ਇਨਸਾਨ ਦੇ ਲੈਵਲ ਦੇ ਉੱਤੇ ਲੈ ਕੇ ਆਉਣ ਦੀ ਗੱਲ ਕਰਦੇ ਆ। ਸਿਰਫ ਇੱਕ ਓਂਕਾਰ ਦੀ ਜਦੋਂ ਆਪਣੇ ਕੋਲ ਵਿਆਖਿਆ ਪੂਰੀ ਹੋ ਗਈ ਤਾਂ ਇੱਕ ਬੜਾ ਵੱਡਾ ਜਵਾਬ ਆ ਕਿ ਗੁਰੂ ਨਾਨਕ ਆਮ ਇਨਸਾਨ ਹੈ ਹੀ ਨਹੀਂ। ਉਦੋਂ ਸਾਨੂੰ ਸਮਝ ਆਊਗੀ। ਖੈਰ, ਆਪਾਂ ਚੱਲੀਏ ਕਿ ਆਪਾਂ ਇੱਕ ਓਂਕਾਰ ਨੂੰ ਸਮਝਦੇ ਕਿੱਦਾਂ ਆ। ਹੁਣ ਤੁਸੀਂ ਇਹ ਸਵਾਲ ਆਪਣੇ ਆਪ ਕੋਲੋਂ ਕਰਿਓ ਜੇ, ਜਿੰਨੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ, ਸਵਾਲ ਕਰਿਓ ਕਿ ਤੁਹਾਡੇ ਅਕੋਰਡਿੰਗ ਇੱਕ ਓਂਕਾਰ ਕੀ ਆ। ਤਾਂ ਬਹੁਤਿਆਂ ਦੇ ਕੋਲ ਜਵਾਬ ਇਹ ਆਊਗਾ, ਔਰ ਬਹੁਤੇ ਇੰਟੈਲੈਕਚੁਅਲਸ ਵੀ ਇਹੀ ਜਵਾਬ ਦਿੰਦੇ ਆ ਕਿ ਗੋਡ ਇਜ਼ ਵਨ। ਗੁਰੂ ਨਾਨਕ ਸਿਰਫ ਇੱਕ ਓਂਕਾਰ ਇਸ ਲਈ ਨਹੀਂ ਲਿਖ ਰਹੇ ਕਿ ਗੋਡ ਇਜ਼ ਵਨ। ਮੈਨੂੰ ਹੈਰਾਨੀ ਹੁੰਦੀ ਆ ਕਿ ਅਸੀਂ ਜਿਹੜੇ ਸਾਡੇ ਇੰਟੈਲੈਕਚੁਅਲ, ਸਾਡੇ ਸਕਾਲਰ, ਸਾਡੇ ਪ੍ਰਚਾਰਕ ਬਹੁਤ ਘੱਟ ਨੇ ਜਿਨ੍ਹਾਂ ਨੇ ਇਹਦੀ ਅਸਲ ਵਿਸ਼ਾਲਤਾ ਵੱਲ ਧਿਆਨ ਦਿੱਤਾ। ਬਹੁਤਿਆਂ ਨੇ ਪਰਮਾਤਮਾ ਇੱਕ ਹੈ, ਏਕਾ ਜੀ ਇਸ ਕਰਕੇ ਲਾ ਲਿਆ ਕਿਉਂਕਿ ਪਰਮਾਤਮਾ ਇੱਕ ਹੈ ਤੇ ਓਂਕਾਰ ਜਿਹੜਾ ਉਹ ਪਰਮਾਤਮਾ ਵਾਸਤੇ, ਇਸੇ ਚੀਜ਼ ਨੂੰ ਲੈ ਕੇ ਅੱਗੇ, ਇਸੇ ਫਲਸਫੇ ਨੂੰ ਲੈ ਕੇ ਉਹ ਅੱਗੇ ਚੱਲੀ ਜਾ ਰਹੇ ਆ। ਇੱਕ ਭਾਈ ਜਗਰਾਜ ਸਿੰਘ ਜਿਹੜੇ ਨੇ, ਉਹਨਾਂ ਦੀ ਮੈਂ ਬੇਸਿਕਸ ਆਫ ਸਿੱਖੀ ਦੀ ਇੱਕ ਵੀਡੀਓ ਦੇਖੀ ਸੀਗੀ, ਤਾਂ ਉਹ ਜ਼ਰੂਰ ਥੋੜ੍ਹਾ ਜਿਹਾ ਇਹਨੂੰ ਅੱਗੇ ਕਰਦੇ ਨੇ। ਜਦੋਂ ਬੱਚਿਆਂ ਨੂੰ ਪੁੱਛਦੇ ਆ ਕਿ ਇੱਕ ਓਂਕਾਰ ਦਾ ਮਤਲਬ ਕੀ, ਤੇ ਉਹ ਕਹਿੰਦੇ ਕਿ ਗੋਡ ਇਜ਼ ਵਨ, ਤੇ ਉਹ ਕਹਿੰਦੇ ਕਿ ਚਲੋ ਵਨ ਦੇ ਕਰਕੇ ਜਿਹੜਾ ਏਕਾ ਆ ਉਹਦੇ ਉੱਤੇ ਤਾਂ ਮੈਂ ਤੁਹਾਨੂੰ ਨੰਬਰ ਦੇ ਦਿੱਤੇ ਕਿ ਗੋਡ ਇਜ਼ ਵਨ। ਓਂਕਾਰ ਦਾ ਮਤਲਬ ਕੀ? ਹੁਣ ਇੱਥੇ ਵੀ ਮੇਰੀ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਏਕੇ ਦਾ ਮਤਲਬ ਸਿਰਫ ਇਹ ਨਹੀਂ ਆ ਕਿ ਪਰਮਾਤਮਾ ਇੱਕ ਆ। ਉਹਦਾ ਮਤਲਬ ਬਹੁਤ ਵਿਸ਼ਾਲ ਆ। ਉਹ ਸ਼ਾਇਦ ਮੈਂ ਅਗਲੀ ਜਿਹੜੀ ਐਪੀਸੋਡ ਆ ਉਹਦੇ ਵਿੱਚ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰੂੰਗੀ। ਅੱਜ ਆਪਾਂ ਸਿਰਫ ਇੰਨੀ ਗੱਲ ਕਰਨੀ ਹੈ ਕਿ ਜਿਹੜਾ ਇੱਕ ਓਂਕਾਰ ਨੂੰ ਮਿਸ ਇੰਟਰਪ੍ਰੈਟ ਕਿਵੇਂ ਕੀਤਾ ਗਿਆ, ਕਿਹਨੇ ਕੀਤਾ, ਕਿਉਂ ਕੀਤਾ, ਸਾਡੇ ਉੱਤੇ ਉਹਦਾ ਅਸਰ ਕੀ ਪਿਆ, ਆਪਾਂ ਸਿਰਫ ਅੱਜ ਇੰਨੀ ਕੀ ਗੱਲ ਕਰਨੀ ਆ। ਹੁਣ ਬਹੁਤੇ ਜਿਹੜੀ ਹੱਦ ਆ ਨਾ ਉਹ ਉਦੋਂ ਹੋ ਜਾਂਦੀ ਹੈ। ਚਲੋ ਇੱਕ ਓਂਕਾਰ ਨੂੰ ਗੋਡ ਇਜ਼ ਵਨ ਕਹਿ ਲਿਆ ਤੇ ਚਲੋ ਫਿਰ ਵੀ ਮੈਂ ਮੰਨਦੀ ਹਾਂ ਕਿ ਕਿਸੇ ਨੂੰ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਈ, ਮੈਨੂੰ ਵੀ ਨਹੀਂ ਆਈ ਸੀ। ਤੇ ਪਰ ਜਦੋਂ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਬਹੁਤੇ ਲੋਕ ਇਹ ਕਹਿ ਦਿੰਦੇ ਆ ਕਿ ਜਿਹੜਾ ਇੱਕ ਓਂਕਾਰ ਆ ਨਾ ਉਹ ਬੇਸਿਕਲੀ ਓਮ ਹੀ ਹੈ। ਉਦੋਂ ਬੜੀ ਅਜੀਬ ਜੀ ਇੱਕ ਬੜੀ ਹਾਸੋਹੀਣੀ ਜੀ ਸਿਚੁਏਸ਼ਨ ਹੋ ਜਾਂਦੀ ਹੈ। ਇੱਕ ਬੜਾ ਵਧੀਆ ਪੇਪਰ ਹੈ ਮੇਰੇ ਕੋਲ, ਓਮ। ਇਹ ਪੇਪਰ ਅਮਿਤਾਭ ਵਿਕਰਮ ਦਿਵੇਦੀ ਦਾ ਲਿਖਿਆ ਹੋਇਆ ਪੇਪਰ ਹੈ। ਸਪਰਿੰਗਰ ਸਾਇੰਸਿਸ ਦੇ ਵਿੱਚ ਉਹ ਹਿੰਦੂਇਜ਼ਮ ਐਂਡ ਟਰਾਈਬਲ ਰਿਲੀਜਨਸ ਦੇ ਵਿੱਚ ਪਬਲਿਸ਼ ਹੋਇਆ ਸੀ। ਜੇ ਕਿਸੇ ਨੂੰ ਕਦੀ ਚਾਹੀਦਾ ਹੋਵੇ ਤਾਂ ਮੈਨੂੰ ਤੁਸੀਂ ਮੈਸੇਜ ਕਰਕੇ ਦੱਸ ਦਿਓ, ਮੈਂ ਇਹਨੂੰ ਤੁਹਾਨੂੰ ਦੇ ਦੂੰਗੀ। ਇਹਦੇ ਵਿੱਚ ਵੀ ਉਹ ਇਹੀ ਲਿਖਦੇ ਆ ਕਿ ਚਾਹੇ ਬੁੱਧਿਸਟ ਹੋਣ, ਚਾਹੇ ਉਹ ਜੈਨੀ ਹੋਣ, ਚਾਹੇ ਸਿੱਖ ਹੋਣ, ਸਾਰੇ ਜਿਹੜੇ ਆ ਉਹ ਓਮ ਨੂੰ ਰਿਸਾਈਟ ਕਰਦੇ ਆ। ਦੇ ਰੈਵਰ ਐਂਡ ਰਿਸਾਈਟ ਓਮ। ਹੁਣ ਜਿਹੜੀ ਰੈਵਰ ਦੀ ਗੱਲ ਹੈ ਨਾ, ਮਤਲਬ ਰਿਸਪੈਕਟ ਦੀ ਗੱਲ, ਉਹਦੇ ਬਾਰੇ ਮੈਂ ਗੱਲ ਨਹੀਂ ਕਰਦੀ ਕਿਉਂਕਿ ਡੈਫੀਨੇਟਲੀ ਬੀਇੰਗ ਅ ਸਿੱਖ ਅਸੀਂ ਹਰ ਕਿਸੇ ਦੀ ਇੱਜ਼ਤ ਕਰਦੇ ਹਾਂ। ਪਰ ਜਿਹੜਾ ਰਿਸਾਈਟ ਵਾਲੀ ਗੱਲ ਹੈ ਨਾ, ਉੱਥੇ ਗੜਬੜ ਹੋ ਜਾਂਦੀ ਆ, ਕਿਉਂਕਿ ਓਮ ਨੂੰ ਸਿੱਖ ਰਿਸਾਈਟ ਨਹੀਂ ਕਰਦੇ। ਓਮ ਇਜ਼ ਅ ਵੈਰੀ ਇੰਪੋਰਟੈਂਟ ਸਾਊਂਡ, ਇਹ 'ਚ ਕੋਈ ਝੂਠ ਨਹੀਂ ਆ, ਪਰ ਸਿੱਖ ਓਮ ਨੂੰ ਰਿਸਾਈਟ ਨਹੀਂ ਕਰਦੇ। ਹੁਣ ਇਹ ਜਿਹੜਾ ਫਲਸਫਾ ਹੈ ਨਾ, ਜਿਹੜਾ ਦਿਵੇਦੀ ਸਾਹਿਬ ਲਿਖ ਰਹੇ ਆ, ਉਹ ਕਿਉਂ ਆਇਆ? ਕਿਉਂਕਿ ਇੱਕ ਓਂਕਾਰ ਤੇ ਓਮ ਨੂੰ ਮਿਲਾ ਦਿੱਤਾ ਗਿਆ ਇੱਕ ਸਾਜ਼ਿਸ਼ ਦੇ ਤਹਿਤ। ਉਹ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਦੀ ਹਾਂ ਕਿੱਦਾਂ। ਹੁਣ ਇੱਥੇ ਆਪਾਂ ਜਦੋਂ ਦੇਖਦੇ ਹਾਂ ਨਾ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਇੱਕ ਓਂਕਾਰ ਤੇ ਓਮ ਨੂੰ ਜਿਹੜਾ ਇਹ ਇੱਕ ਭੰਬਲ ਭੂਸਾ ਜਿਹਾ ਪਾਇਆ ਗਿਆ ਹੈ, ਜਿਹੜਾ ਕਨਫਿਊਜ਼ਨ ਕ੍ਰੀਏਟ ਕੀਤੀ ਗਈ ਹੈ ਕਿ ਇੱਕ ਓਂਕਾਰ ਬੇਸਿਕਲੀ ਓਮ ਹੀ ਹੈ, ਸਾਨੂੰ ਇਹ ਸਮਝਣਾ ਪਊਗਾ ਕਿ ਇਹ ਮਿਸ ਇੰਟਰਪ੍ਰੀਟੇਸ਼ਨ ਚੱਲੀ ਕਿੱਥੋਂ। ਤਾਂ ਮੇਰੇ ਕੋਲ ਜੋ ਜਵਾਬ ਆਉਂਦਾ ਉਹ ਇਹ ਆਉਂਦਾ ਹੈ ਕਿ 1877 ਦੇ ਵਿੱਚ, 1877 ਦੇ ਵਿੱਚ ਅਰਨਸਟ ਟਰੰਪ ਪਹਿਲੀ ਟਰਾਂਸਲੇਸ਼ਨ ਕਰਦਾ ਆ ਗੁਰੂ ਗ੍ਰੰਥ ਸਾਹਿਬ ਦੀ ਇੰਗਲਿਸ਼ ਦੇ ਵਿੱਚ। ਅੱਧੀ ਅਧੂਰੀ ਜੀ ਟਰਾਂਸਲੇਸ਼ਨ ਕਰਦਾ ਹੈ। ਉਹ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਟਰਾਂਸਲੇਟ ਕਰਨ ਦੇ
ਮੇਰੇ ਮੂੰਹ 'ਚੋਂ ਇਹ ਵਰਡ ਵੀ ਨਹੀਂ ਨਿਕਲਦੇ, ਪਰ ਉਹ ਕਹਿੰਦਾ ਕਿ ਕਰਨ ਦੇ ਲਾਇਕ ਨਹੀਂ, ਕਿਉਂਕਿ ਇੱਕੋ ਤਰ੍ਹਾਂ ਦਾ ਜਿਹੜਾ ਆਈਡੀਆ ਉਹ ਬਾਰ-ਬਾਰ ਉਹਨਾਂ ਨੇ ਉਹਦੇ ਵਿੱਚ ਰਿਪੀਟ ਕੀਤਾ ਗਿਆ। ਹੁਣ ਉਹਨੂੰ ਭੋਲੇ ਨੂੰ ਜਾਂ ਭਲੇ ਮਾਨਸ ਨੂੰ ਇਹ ਕੌਣ ਦੱਸੇ ਕਿ ਉਹ ਇੱਕ ਆਈਡੀਆ ਨਹੀਂ, ਇੱਕ ਸੱਚ ਆ, ਹੈ ਨਾ, ਔਰ ਉਹ ਇੱਕ ਲਿਵਿੰਗ ਗੋਡ ਆ, ਇੱਕ ਲਿਵਿੰਗ ਗੁਰੂ ਆ ਸਾਡੇ ਲਈ। ਖੈਰ, ਜਦੋਂ ਉਹ 1877 ਦੇ ਵਿੱਚ ਇਹ ਕੰਮ ਕਰਦਾ, ਹੁਣ ਇਸ ਗੱਲ ਦਾ ਧਿਆਨ ਦਿਓ ਜੇ, 1870 ਦੇ ਵਿੱਚ 1870 ਵਿੱਚ ਅਰਨਸਟ ਟਰੰਪ ਨੂੰ ਬਕਾਇਦਾ ਚਰਚ ਮਿਸ਼ਨ ਸੁਸਾਇਟੀ ਦੇ ਅੰਡਰ ਪੰਜਾਬ ਭੇਜਿਆ ਜਾਂਦਾ ਆ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਕਰਨ ਨੂੰ। ਔਰ 1877 ਦੇ ਵਿੱਚ ਉਹਦਾ ਇਹ ਜਿਹੜਾ ਪ੍ਰੋਜੈਕਟ ਆ ਉਹ ਕੰਪਲੀਟ ਹੋ ਜਾਂਦਾ, ਪਬਲਿਸ਼ ਹੋ ਜਾਂਦਾ। ਇਹ ਸੀਗਾ ਫਸਟ ਟਾਈਮ ਜਦੋਂ, ਕਿਉਂਕਿ ਉਹਨੇ ਇੱਕ ਓਂਕਾਰ ਨੂੰ ਓਮ ਲਿਖਿਆ ਆ। ਪਰ ਇਹਦੇ ਵਿੱਚ ਹੀ ਇੱਕ ਗੱਲ ਹੋਰ ਆਉਂਦੀ ਆ, ਉਹ ਆਉਂਦੀ ਹੈ ਸਵਾਮੀ ਦਇਆਨੰਦ ਸਰਸਵਤੀ ਦੀ। ਸਵਾਮੀ ਦਇਆਨੰਦ ਸਰਸਵਤੀ ਦਾ ਜਿਹੜਾ ਕੰਮ ਹੈ ਉਹ ਸਤਿਆਰਥ ਪ੍ਰਕਾਸ਼ 1875 ਦੇ ਵਿੱਚ ਉਹ ਵੀ ਪਬਲਿਸ਼ ਹੋ ਜਾਂਦਾ। ਔਰ ਜਦੋਂ ਉਹ ਪਬਲਿਸ਼ ਹੁੰਦਾ ਤਾਂ ਬਕਾਇਦਾ ਮੂਲ ਮੰਤਰ ਨੂੰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਉਹ ਨਹੀਂ ਲਿਖਦਾ ਦਇਆਨੰਦ ਸਰਸਵਤੀ, ਉਹ ਓਮ ਸਤਨਾਮ ਕਰਕੇ ਸ਼ੁਰੂ ਕਰਦਾ। ਉਹ ਇੱਕ ਓਂਕਾਰ ਨੂੰ ਹਟਾ ਕੇ ਸਿਰਫ ਓਮ ਲਿਖ ਦਿੰਦਾ, ਕਿਉਂਕਿ ਉਹ ਕਹਿੰਦਾ ਕਿ ਇੱਕ ਓਂਕਾਰ ਬੇਸਿਕਲੀ ਓਮ ਹੀ ਹੈ। ਹੁਣ ਇਹ ਗੱਲ ਮੈਨੂੰ ਨਾ ਹਮੇਸ਼ਾ ਤੋਂ ਹੀ ਬੜੀ ਇੱਕ ਸਾਜ਼ਿਸ਼ਾਨਾ ਢੰਗ ਦੇ ਨਾਲ ਸਮਝ ਆਉਂਦੀ ਰਹੀ ਕਿ ਇਹ ਸਾਜ਼ਿਸ਼ ਜੀ ਹੈ, ਕਿਉਂਕਿ ਕਿੱਦਾਂ ਹੋ ਸਕਦਾ ਕਿ ਦੋ ਮੇਜਰ ਕੰਮ ਹੋਏ ਹੋਣ। ਇੱਕ ਸਵਾਮੀ ਦਇਆਨੰਦ ਸਰਸਵਤੀ ਕਰ ਰਿਹਾ ਜੋ ਕਿ ਗੁਜਰਾਤ ਦੇ ਵਿੱਚ ਬੈਠਾ, ਦੂਸਰਾ ਅਰਨਸਟ ਟਰੰਪ ਕਰ ਰਿਹਾ ਜਿਹਨੂੰ ਚਰਚ ਮਿਸ਼ਨ ਸੁਸਾਇਟੀ ਭੇਜ ਰਹੀ ਹੈ, ਔਰ ਇਹ ਦੋਨੋਂ ਹੀ ਕੰਮ ਇੱਕੋ ਤਰ੍ਹਾਂ ਦੀ ਬੋਲੀ ਬੋਲ ਰਹੇ ਹੋਣ ਔਰ ਇੱਕੋ ਟਾਈਮ ਦੇ ਉੱਤੇ ਹੋਏ ਹੋਣ। ਇਹ ਮੈਨੂੰ ਆਪਣੇ ਆਪ ਦੇ ਵਿੱਚ, ਕਿਉਂਕਿ ਦੋਨਾਂ ਦਾ ਟਾਈਮ ਦੇਖੋ ਨਾ, 1870 ਦੇ ਆਸ-ਪਾਸ ਟਰੰਪ ਆਪਣਾ ਲਿਖਣਾ ਸ਼ੁਰੂ ਕਰਦਾ, 1870 ਦੇ ਵਿੱਚ ਉਹਦਾ ਇੱਕ ਕੰਮ ਪਬਲਿਸ਼ ਹੁੰਦਾ, 1875 ਦੇ ਵਿੱਚ ਦਇਆਨੰਦ ਸਰਸਵਤੀ ਦਾ ਜਿਹੜਾ ਸਤਿਆਰਥ ਪ੍ਰਕਾਸ਼ ਹੈ ਉਹ ਪਬਲਿਸ਼ ਹੋ ਜਾਂਦਾ। ਸੋ ਬੇਸਿਕਲੀ ਉਦੋਂ ਇਹ ਇੱਕ ਬੜੇ ਤਰੀਕੇ ਨਾਲ, ਬੜੇ ਸਾਜ਼ਿਸ਼ ਦੇ ਨਾਲ, ਦੈਟ ਵਾਜ਼ ਦਾ ਫਸਟ ਟਾਈਮ, ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਕ ਓਂਕਾਰ ਤੇ ਓਮ ਨੂੰ ਕੰਪੀਟੀਸ਼ਨ ਦੇ ਵਿੱਚ ਖੜਾ ਕਰ ਦਿੱਤਾ ਗਿਆ। ਇਹ ਗੱਲ ਸਮਝਣ ਵਾਲੀ ਆ, ਸਮਝੋ ਇਸ ਗੱਲ ਨੂੰ ਕਿ ਇਹਨੂੰ ਜਦੋਂ ਹੁਣ ਇਹਦੇ 'ਚੋਂ ਨਿਕਲਿਆ ਕੀ, ਇੱਕ ਓਂਕਾਰ ਤੇ ਓਮ ਨੂੰ ਆਪਣੇ ਕੰਪੀਟੀਸ਼ਨ ਦੇ ਵਿੱਚ ਖੜਾ ਕਰਨ ਦੇ ਨਾਲ ਨਿਕਲਿਆ ਕੀ। ਦੇਖੋ, ਇੱਕਦਮ ਤਾਂ ਕੁਛ ਨਹੀਂ ਹੋਣਾ, ਕਿਉਂਕਿ ਇਹ ਜਿਹੜੇ ਲੋਕ ਹੈ ਨਾ, ਜਿਹੜੇ ਸਾਜ਼ਿਸ਼ਾਂ ਘੜਦੇ ਆ, ਉਹ 100 ਸਾਲ ਅੱਗੇ ਦੀ ਗੱਲ ਸੋਚ ਕੇ ਚੱਲਦੇ ਹੁੰਦੇ ਆ। ਉਹ ਤੁਹਾਡੇ ਮੇਰੇ ਵਾਂਗੂ ਕੱਲ੍ਹ ਦੀ ਗੱਲ ਨਹੀਂ ਸੋਚਦੇ। ਹੁਣ ਉਹਦੇ ਨਾਲ ਇੱਕ ਆਈਡੈਂਟੀਟੀ ਕੌਨਫਲਿਕਟ ਪੈਦਾ ਹੋਊਗਾ। ਉਹ ਕਿੱਦਾਂ ਹੋਊਗਾ? ਤੁਸੀਂ ਮੈਨੂੰ ਇਹ ਕਹੋਗੇ ਕਿ ਜਿਹੜਾ ਇੱਕ ਓਂਕਾਰ ਹੈ ਨਾ, ਉਹ ਗੁਰੂ ਨਾਨਕ ਨੇ ਕੋਈ ਨਵੀਂ ਚੀਜ਼ ਨਹੀਂ ਦਿੱਤੀ, ਉਹ ਤਾਂ ਓਮ ਹੀ ਸੀ। ਤਾਂ ਮੈਂ ਬਕਾਇਦਾ ਤੁਹਾਨੂੰ ਇਸ ਕੌਨਫਲਿਕਟ ਦੇ ਵਿੱਚ ਆ ਕੇ ਮੈਂ ਜਵਾਬ ਦਊਂਗੀ ਕਿ ਇੱਕ ਓਂਕਾਰ ਵੱਖਰਾ ਕਿਉਂ ਹੈ ਔਰ ਇੱਕ ਓਂਕਾਰ ਓਮ ਕਿਉਂ ਨਹੀਂ ਹੈ। ਮੈਂ ਇਹ ਬਕਾਇਦਾ ਇਸ ਬਾਰੇ ਗੱਲ ਕਰੂੰਗੀ। ਇਸੇ ਤਰੀਕੇ ਨਾਲ ਜਦੋਂ ਮੈਂ ਆਪਣੇ ਆਪ ਨੂੰ ਡਿਫੈਂਡ ਕਰੂੰਗੀ ਤਾਂ ਡੈਫੀਨੇਟਲੀ ਮੈਨੂੰ ਕੁਛ ਨਾ ਕੁਛ ਤਾਂ ਤੁਹਾਨੂੰ ਜਵਾਬ ਦੇਣਾ ਪਊਗਾ। ਜਦੋਂ ਤੁਸੀਂ ਇਹ ਕਹੋਗੇ ਕਿ ਤੁਹਾਡੇ ਗੁਰੂ ਦੇਵੀ ਦੇ ਭਗਤ ਸੀ, ਤਾਂ ਫਿਰ ਮੈਨੂੰ ਦੱਸਣਾ ਪਊਗਾ ਕਿ ਸਾਡੇ ਗੁਰੂ ਦੇਵੀ ਬਾਰੇ ਕੀ ਕਹਿੰਦੇ ਸੀ। ਇੱਥੇ ਕੌਨਫਲਿਕਟ ਪੈਦਾ ਹੋ ਗਿਆ। ਹੁਣ ਤੁਸੀਂ ਜਦੋਂ ਮੇਰੇ ਕੋਲੋਂ ਸੁਣੋਗੇ ਤਾਂ ਫਿਰ ਤੁਸੀਂ ਆਪਣੀ ਦੇਵੀ ਨੂੰ, ਕਿਉਂਕਿ ਜਿਹਨੂੰ ਤੁਸੀਂ ਆਪਣਾ ਰੱਬ ਮੰਨਦੇ ਹੋ, ਤੁਸੀਂ ਉਹਦੇ ਬਾਰੇ ਕਿੱਦਾਂ ਗਲਤ ਸੁਣੋਗੇ, ਤੁਸੀਂ ਉਹਦਾ ਜਵਾਬ ਦਿਓਗੇ। ਔਰ ਇਹਦੇ ਨਾਲ ਹੋਇਆ ਕੀ ਕਿ ਉਹ ਲੜਾਈ ਜਿਹੜੀ ਚਰਚ ਮਿਸ਼ਨ ਸੁਸਾਇਟੀ ਇਕੱਲਾ ਲੜ ਰਿਹਾ ਸੀ ਔਰ ਦਇਆਨੰਦ ਸਰਸਵਤੀ ਨੇ ਨਾਲ ਵਿੱਚ ਜਾ ਕੇ ਜਿਹੜਾ ਇਕੱਠੇ ਰਲ ਕੇ ਜਿਹੜੀ ਉਹਨਾਂ ਨੇ ਲੜਾਈ ਲੜੀ ਹੈ, ਉਹ ਸਾਡੇ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ। ਅੱਜ ਪੰਜਾਬ ਦੇ ਹਾਲਾਤ ਦੇਖ ਲਓ, ਬਿਲਕੁਲ ਇਹੀ ਚੀਜ਼ ਆ। ਸਿੱਖ ਆਪਣੇ ਆਪ ਨੂੰ ਡਿਫੈਂਡ ਕਰ ਰਹੇ, ਹਿੰਦੂ ਆਪਣੇ ਆਪ ਨੂੰ ਡਿਫੈਂਡ ਕਰ ਰਹੇ, ਔਰ ਅਸੀਂ ਆਪਸ ਦੇ ਵਿੱਚ ਪੂਰਾ ਲੜ ਰਹੇ ਹਾਂ। ਔਰ ਜਿਹੜੇ ਉੱਪਰ ਜਿਨ੍ਹਾਂ ਨੇ ਜਿਹੜੇ ਖਾਣ ਨੂੰ ਬੈਠੇ ਆ ਨਾ, ਉਹ ਸ਼੍ਰੀ ਰਾਮ ਚੰਦਰ, ਜਿਹਨੂੰ ਹਿੰਦੂ ਸਾਰੇ ਆਪਣੇ ਬਹੁਤ ਇੱਕ ਪੂਜਨੀय ਜਗ੍ਹਾ ਦੇ ਉੱਤੇ ਰੱਖਦੇ ਆ, ਉਹਨਾਂ ਨੂੰ ਵੀ ਉਂਗਲੀ ਲਾ ਕੇ ਤੁਰੇ ਫਿਰਦੇ ਆ। ਜੇ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਹੋਵੇ, ਇੱਥੋਂ ਕੁਝ ਸਮਝ ਲਿਓ ਕਿ ਲੜਾਈ ਤੁਹਾਡੀ ਤੇ ਸਾਡੀ ਹੋ ਗਈ, ਸਿੱਖਾਂ ਦੀ ਹਿੰਦੂਆਂ ਨਾਲ, ਔਰ ਹਿੰਦੂਆਂ ਦੀ ਮੁਸਲਮਾਨਾਂ ਦੇ ਨਾਲ, ਹਿੰਦੂਆਂ ਦੀ ਸਿੱਖਾਂ ਨਾਲ ਲੜਾਈ ਪਾਤੀ। ਔਰ ਆਪ ਉਹਨਾਂ ਲੋਕਾਂ ਨੇ ਰਾਮ ਚੰਦਰ ਨੂੰ ਮੋਦੀ ਜੀ ਦੇ ਉਂਗਲ ਫੜਾਤੀ ਕਿ ਚਲੋ ਜੀ ਮੋਦੀ ਜੀ ਉਹਨਾਂ ਨੂੰ ਉਹਨਾਂ ਦੇ ਘਰ ਛੱਡ ਕੇ ਆਓ। ਮੋਦੀ ਦੀ ਇੰਨੀ ਹਿੰਮਤ ਹੋਣੀ ਸੀ ਕਿ ਉਹ ਜਾਂ ਉਹ ਕਿਸੇ ਦੀ ਵੀ, ਮੋਦੀ ਛੱਡ ਦਿਓ, ਪ੍ਰਾਈਮ ਮਿਨਿਸਟਰ ਛੱਡ ਦਿਓ, ਕਿਸੇ ਦੀ ਵੀ ਇੰਨੀ ਕੁ ਹਿੰਮਤ ਹੈਗੀ ਆ ਕਿ ਉਹ ਜਿਹਨੂੰ ਤੁਸੀਂ ਗੁਰੂ ਸਮਝਦੇ ਹੋ, ਜਿਹਨੂੰ ਤੁਸੀਂ ਰੱਬ ਸਮਝਦੇ ਹੋ, ਕਿਆ ਉਹ ਉਹਨੂੰ ਉਂਗਲ ਲਾ ਕੇ ਉਹਦੇ ਮੰਦਰ ਛੱਡ ਕੇ ਆ ਸਕਦਾ? ਕਿ ਸ਼੍ਰੀ ਰਾਮ ਨੇ ਮੋਦੀ ਜੀ ਨੂੰ ਕੁਰਸੀ 'ਤੇ ਬਿਠਾਉਣਾ ਸੀਗਾ? ਸੋ ਇੰਨੀ ਕੁ ਗੱਲ ਸਮਝਣ ਦੀ ਗੱਲ ਹੈ ਕਿ ਇਹ ਆਈਡੈਂਟੀਟੀ ਕੌਨਫਲਿਕਟ ਪਾ ਦਿੱਤੇ ਜਾਂਦੇ ਆ। ਆਈਡੈਂਟੀਟੀ ਕੌਨਫਲਿਕਟ ਪੈਣ ਦੇ ਨਾਲ ਆਮ ਲੋਕ ਲੜਨਾ ਸ਼ੁਰੂ ਕਰ ਦਿੰਦੇ ਆ, ਔਰ ਜਿਹੜੇ ਉੱਪਰ ਕੁਰਸੀਆਂ 'ਤੇ ਬੈਠੇ ਹੁੰਦੇ ਆ ਨਾ, ਉਹਨਾਂ ਨੂੰ ਆਪਣਾ ਰਾਜ ਕਰਨਾ ਹੋਰ ਸੌਖਾ ਹੋ ਜਾਂਦਾ। ਖੈਰ, ਹੁਣ ਆਪਾਂ ਜਦੋਂ ਇਸ ਤੋਂ ਅੱਗੇ ਚੱਲਾਂਗੇ ਨਾ, ਮੈਂ ਇਹਦੇ ਵਿੱਚ ਹੀ ਜਦੋਂ
ਸਿਰਫ ਇਹ ਨਹੀਂ ਹੋਇਆ ਕਿ ਉਹਨਾਂ ਨੇ ਇੱਕ ਓਂਕਾਰ ਨੂੰ ਓਮ ਬਣਾ ਲਿਆ। ਦੇਖੋ ਧਿਆਨ ਨਾਲ ਇਸ ਚੀਜ਼ ਨੂੰ ਸਮਝਿਓ, ਅਰਨਸਟ ਟਰੰਪ ਜਿਹੜਾ ਹੈ ਉਹ ਸਿਰਫ ਸਾਡੀ ਇੱਕੋ ਹੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਨਹੀਂ ਕਰ ਰਿਹਾ, ਉਸ ਟਾਈਮ ਦੇ ਉੱਤੇ ਹੋਰ ਲੋਕ ਹੋਰ ਚੀਜ਼ਾਂ ਦੀ ਵੀ ਟਰਾਂਸਲੇਸ਼ਨ ਕਰ ਰਹੇ ਸੀ। ਔਰ ਬਕਾਇਦਾ ਹਿੰਦੂ ਦੇਵੀ ਦੇਵਤਿਆਂ ਨੂੰ ਗਾਲਾਂ ਕੱਢਣ ਦਾ ਰਿਵਾਜ਼ ਜਿਹੜਾ ਹੈ ਨਾ, ਉਹ ਗੋਰਿਆਂ ਤੋਂ ਸ਼ੁਰੂ ਹੁੰਦਾ। ਬਕਾਇਦਾ ਜਦੋਂ ਤੋਂ ਇਹ ਜਿਹੜੀ ਹਿੰਦੂ ਦੇਵੀ ਦੇਵਤਿਆਂ ਦੇ ਬਾਰੇ ਜੋ ਨੈਗੇਟਿਵ ਬੋਲਣਾ ਸ਼ੁਰੂ ਕੀਤਾ ਜਾਂਦਾ, ਔਰ ਉਹ ਬਕਾਇਦਾ ਅੰਗਰੇਜ਼ ਸ਼ੁਰੂ ਕਰਦੇ ਆ। ਹੁਣ ਦਇਆਨੰਦ ਸਰਸਵਤੀ ਹੁਣੀ ਆ ਕੇ ਕੀ ਕਰਦੇ ਆ ਬੈਟਰ ਕੰਮ, ਕਿ ਉਹ ਸਿੱਖਾਂ ਨੂੰ ਵੀ ਆਪਣੇ ਦੇ ਵਿੱਚ ਰਲਾਉਣ ਦੇ ਚੱਕਰ ਦੇ ਵਿੱਚ ਇੱਕ ਓਂਕਾਰ ਨੂੰ ਓਮ ਬਣਾ ਦਿੰਦੇ। ਔਰ ਬਕਾਇਦਾ ਮੇਰੇ ਕੋਲ ਇਹਦਾ ਕੋਈ ਪ੍ਰੂਫ ਨਹੀਂ ਕਿ ਦਇਆਨੰਦ ਸਰਸਵਤੀ ਔਰ ਅਰਨਸਟ ਟਰੰਪ ਦੀ ਆਪਸ 'ਚ ਗੱਲ ਹੋਈ ਹੋਊਗੀ, ਬਟ ਮੈਨੂੰ ਯਕੀਨ ਆ, ਜੋ ਮੈਂ ਕੰਟੈਕਸਟ ਦੇਖਦੀ ਹਾਂ, ਕਿ ਇਹਨਾਂ ਨੇ ਆਪਸ ਦੇ ਵਿੱਚ ਗੱਲ ਕਰਕੇ ਹੀ ਇਹ ਕੰਮ ਕੀਤਾ ਹੋਊਗਾ। ਕਿਉਂਕਿ ਅਰਨਸਟ ਟਰੰਪ ਇਹ ਕਹਿੰਦਾ ਕਿ ਜਦੋਂ ਮੈਂ ਦਰਬਾਰ ਸਾਹਿਬ ਜਾ ਕੇ ਗ੍ਰੰਥੀ ਸਿੰਘਾਂ ਨੂੰ ਮਿਲਿਆ ਜਾਂ ਸਿੱਖਾਂ ਨੂੰ ਮਿਲਿਆ, ਤਾਂ ਉਹਨਾਂ ਨੂੰ ਆਪਣੀ ਬਾਣੀ ਦਾ ਗਿਆਨ ਨਹੀਂ ਸੀ। ਕੁਆਇਟ ਪੋਸੀਬਲ, ਜੇ ਉਹਨਾਂ ਨੂੰ ਗਿਆਨ ਨਹੀਂ ਸੀ, ਫਿਰ ਉਹਨਾਂ ਨੇ ਉਹ ਜਿਹੜਾ ਜੋ ਕੁਛ ਵੀ ਸਮਝਿਆ ਉਹ ਕਿੱਥੋਂ ਸਮਝਿਆ, ਔਰ ਉਹਨਾਂ ਦੀ ਜਿਹੜੀ ਲਾਈਨ ਆਫ ਥਾਟ ਆ ਉਹ ਕਿੱਥੋਂ ਆਈ। ਤਾਂ ਮੈਨੂੰ ਇਹ ਲੱਗਦਾ, ਮੈਂ ਇਹ ਮੰਨਦੀ ਹਾਂ ਕਿ ਬਕਾਇਦਾ ਉਹ ਦਇਆਨੰਦ ਸਰਸਵਤੀ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਰਾਬਤਾ ਜ਼ਰੂਰ ਕਾਇਮ ਹੋਇਆ ਹੋਊਗਾ। ਇਸੇ ਤਰੀਕੇ ਨਾਲ ਆਪਾਂ ਅੱਗੇ ਆਉਂਦੇ ਜਾਈਏ ਜਿਹੜੇ ਇਹਨਾਂ ਆਈਡੈਂਟੀਟੀ ਕੌਨਫਲਿਕਟਸ ਦੇ ਵਿੱਚੋਂ। ਹੁਣ ਸਾਨੂੰ ਇਹ ਸਮਝਣਾ ਬੜਾ ਜ਼ਰੂਰੀ ਆ ਕਿ ਜਿਹੜੇ ਲੋਕ ਸਾਡੀ ਟਰਾਂਸਲੇਸ਼ਨ ਕਰ ਰਹੇ ਸੀ, ਚਾਹੇ ਉਹ ਸਿੱਖਾਂ ਦੀ ਕਰ ਰਹੇ ਸੀ, ਚਾਹੇ ਹਿੰਦੂਆਂ ਦੀ ਕਰ ਰਹੇ ਸੀ, ਉਹ ਕੌਣ ਸੀ। ਤਾਂ ਮੈਂ ਹਿੰਦੂਆਂ ਦੀ ਤਾਂ ਇੱਥੇ ਗੱਲ ਛੱਡ ਦਿੰਦੀ ਹਾਂ ਕਿਉਂਕਿ ਉਹਨਾਂ ਦਾ ਮੈਟਰ ਆ, ਪਰ ਆਪਾਂ ਜਦੋਂ ਸਿੱਖਾਂ ਦੀ ਗੱਲ ਕਰਦੇ ਹਾਂ, ਅਰਨਸਟ ਟਰੰਪ ਸੀ ਕੌਣ? ਅਰਨਸਟ ਟਰੰਪ ਜਰਮਨ ਮਿਸ਼ਨਰੀ ਸੀ, ਹੈ ਨਾ। ਔਰ ਮਿਸ਼ਨਰੀਜ਼ ਦਾ ਚਰਚ ਮਿਸ਼ਨ ਦਾ ਕੰਮ ਹੀ ਇਹ ਸੀ ਕਿ ਉੱਥੋਂ ਦੇ ਲੋਕਾਂ ਦੀ ਇੰਡੀਜਨਸ ਭਾਸ਼ਾ, ਉਹਨਾਂ ਦਾ ਇੰਡੀਜਨਸ ਲਿਟਰੇਚਰ, ਉਹਨੂੰ ਸਮਝ ਕੇ ਟਰਾਂਸਲੇਟ ਕੀਤਾ ਜਾਵੇ। ਔਰ ਉਸ ਤੋਂ ਬਾਅਦ, ਕਿਉਂਕਿ ਪਹਿਲਾਂ ਉਹ ਸਮਝਣਗੇ ਕਿ ਤੁਸੀਂ ਮੰਨਦੇ ਕਿਹਨੂੰ ਹੋ, ਫਿਰ ਹੀ ਤਾਂ ਉਹਦੇ 'ਤੇ ਵਾਰ ਕਰਨਗੇ ਨਾ। ਉਹਨਾਂ ਨੇ ਬਕਾਇਦਾ ਉਹਨੂੰ ਸਮਝਿਆ, ਟਰਾਂਸਲੇਟ ਕੀਤਾ, ਫਿਰ ਉਹਦੇ ਉੱਤੇ ਵਾਰ ਕੀਤਾ, ਔਰ ਤੁਹਾਨੂੰ ਔਰ ਸਾਨੂੰ ਆਪਸ ਦੇ ਵਿੱਚ ਲੜਾਉਣਾ ਸ਼ੁਰੂ ਕਰ ਦਿੱਤਾ। ਅਗਲੀ ਗੱਲ ਜਿਹੜੀ ਹੈ ਉਹ ਹੈ ਦਇਆਨੰਦ ਸਰਸਵਤੀ ਦੀ। ਹੁਣ ਦਇਆਨੰਦ ਸਰਸਵਤੀ ਕੌਣ ਹੈ? ਦਇਆਨੰਦ ਸਰਸਵਤੀ ਗੁਜਰਾਤ ਦੇ ਵਿੱਚ ਬੈਠਾ ਹੈ, ਔਰ ਉਹ ਇੱਕ ਵੈਦਿਕ ਸਕਾਲਰ ਹੈ। ਦੋਵਾਂ ਦੇ ਵਿੱਚ ਖਾਸ ਔਰ ਜਿਹੜਾ ਇੱਕ ਚੀਜ਼ ਮਿਲਦੀ ਹੈ ਉਹ ਇਹ ਹੈ ਕਿ ਦਇਆਨੰਦ ਸਰਸਵਤੀ ਵੀ ਸਾਰਿਆਂ ਨੂੰ ਹਿੰਦੂ ਬਣਾਉਣਾ ਚਾਹੁੰਦਾ ਸੀ, ਔਰ ਮਿਸ਼ਨਰੀ ਸੁਸਾਇਟੀਜ਼ ਵੀ ਸਾਰਿਆਂ ਨੂੰ ਕ੍ਰਿਸਚਨ ਬਣਾਉਣਾ ਚਾਹੁੰਦੀਆਂ ਸੀ। ਔਰ ਇਹਦੇ ਵਿੱਚੋਂ ਹੀ ਅਰਨਸਟ ਟਰੰਪ ਨਿਕਲ ਕੇ ਆਉਂਦਾ। ਸੋ ਬੇਸਿਕਲੀ ਅਗਰ ਮੈਂ ਤੁਹਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੀ ਹਾਂ ਨਾ, ਤਾਂ ਮੈਨੂੰ ਪਹਿਲਾਂ ਤੁਹਾਡੀ ਆਈਡੈਂਟੀਟੀ ਨੂੰ ਖ਼ਤਮ ਕਰਨਾ ਪਊਗਾ। ਮੈਨੂੰ ਇਹ ਕਹਿਣਾ ਪਊਗਾ ਕਿ ਤੁਹਾਡੀ ਆਈਡੈਂਟੀਟੀ ਕੁਛ ਨਹੀਂ, ਜਿਹਨੂੰ ਤੁਸੀਂ ਮੰਨ ਰਹੇ ਹੋ ਕੁਛ ਨਹੀਂ, ਉਹ ਕੁਛ ਹੈ ਹੀ ਨਹੀਂ, ਫਿਰ ਹੀ ਮੈਂ ਤੁਹਾਨੂੰ ਆਪਣੇ ਵਰਗਾ ਬਣਾਉਂਗੀ, ਹੈ ਨਾ। ਤਾਂ ਉਹ ਇਹਨਾਂ ਨੇ ਇੱਥੇ ਸਾਰਾ ਕੰਮ ਜਿਹੜਾ ਹੋ ਰਿਹਾ ਹੈ ਬੜਾ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਹੋਇਆ। ਉਸ ਤੋਂ ਅਗਲੀ ਗੱਲ ਆ ਜਾਓ, ਜਿਹੜਾ ਇੱਕ ਬੜੀ ਇੰਪੋਰਟੈਂਟ ਗੱਲ ਆ, ਟੋਨੀ ਬਲੈਂਟਨ ਦੀ ਇੱਕ ਕਿਤਾਬ ਹੈ ਬਿਟਵੀਨ ਕਲੋਨਲਿਜ਼ਮ ਐਂਡ ਡਾਇਸਪੋਰਾ, ਉਹਦੇ ਪੇਜ ਨੰਬਰ 52 ਤੋਂ 54 ਤੱਕ। ਹੁਣ ਜਿਹੜਾ ਅਰਨਸਟ ਟਰੰਪ ਆ, ਉਹ ਇਹ ਗੱਲ ਕਹਿੰਦਾ ਕਿ ਸਿੱਖਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਕਹਿੰਦਾ ਟਰਾਂਸਲੇਟ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਤਾਂ ਟੋਨੀ ਬਲੈਂਟਨ ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਜਿਹੜੀ ਉਹ ਦੱਸਦੇ ਆ, ਉਹ ਕਹਿੰਦਾ ਕਿ ਅਰਨਸਟ ਟਰੰਪ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਨਹੀਂ ਸੀ ਸਕਦਾ, ਕਿਉਂਕਿ ਉਹ ਬੰਦਾ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਾਹਮਣੇ ਇੱਕ ਕਿਤਾਬ ਵਾਂਗੂ ਫੜ ਕੇ ਤੇ ਹੱਥ 'ਚ ਸਿਗਰਟ ਫੜ ਕੇ ਤੇ ਉਹ ਟਰਾਂਸਲੇਸ਼ਨ ਕਰ ਰਿਹਾ ਸੀ। ਔਰ ਜਿਨ੍ਹਾਂ ਨਾਲ ਉਹ ਗੱਲ ਕਰ ਰਿਹਾ ਸੀ, ਜਿਨ੍ਹਾਂ ਸਿੱਖਾਂ ਨਾਲ ਉਹ ਗੱਲ ਕਰ ਰਿਹਾ ਸੀ, ਉਹ ਉਸ ਨੂੰ ਆਪਣਾ ਗੁਰੂ ਮੰਨਦੇ ਆ। ਉਹਨਾਂ ਦਾ ਸਾਰਾ ਕੁਛ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਨੀਫੈਸਟਡ ਆ। ਦੋ ਅਲੱਗ-ਅਲੱਗ ਲੈਵਲ ਦੇ ਉੱਤੇ ਲੋਕ ਗੱਲ ਕਰ ਰਹੇ ਸੀ, ਦੋਵਾਂ ਦੀ ਇੱਕ ਸਿਮਿਲਰ ਲੈਵਲ ਨਹੀਂ ਸੀਗਾ। ਇੱਕ ਬੰਦੇ ਦਾ ਲੈਵਲ ਕੁਛ ਸੀ, ਇੱਕ ਬੰਦੇ ਦਾ ਲੈਵਲ ਕੁਛ ਹੋਰ ਸੀ, ਉਹ ਦੋਨੋਂ ਦੀ ਸਮਝ ਬਣ ਹੀ ਨਹੀਂ ਸੀ ਸਕਦੀ। ਪਰ ਟ੍ਰੈਜਡੀ ਕਿੱਥੇ ਹੁੰਦੀ ਹੈ ਨਾ, ਟ੍ਰੈਜਡੀ ਹੁੰਦੀ ਹੈ ਕਿ ਟੋਨੀ ਬਲੈਂਟਾਈਨ ਵਰਗੇ ਲੋਕ ਤਾਂ ਇਹ ਗੱਲ ਸਮਝ ਗਏ, ਜਿਹੜੇ ਸਾਡੇ ਆਪਣੇ ਸਕਾਲਰਸ ਨੇ ਉਹ ਇਸ ਗੱਲ ਨੂੰ ਸਮਝ ਨਹੀਂ ਸਕੇ। ਔਰ ਉਹਨਾਂ ਨੇ ਬਕਾਇਦਾ ਅਰਨਸਟ ਟਰੰਪ ਨੂੰ, ਜਿਹੜਾ ਉਹਦੀਆਂ ਜੋ ਵੀ ਉਹਨੇ ਲਿਖਿਆ, ਉਹਨੂੰ ਬਕਾਇਦਾ ਇੱਕ ਰੈਫਰੈਂਸ ਪੁਆਇੰਟ ਬਣਾ ਲਿਆ। ਉਸ ਤੋਂ ਬਾਅਦ ਆਪਾਂ ਆ ਜਾਈਏ ਤੇ ਇਸੇ ਲਾਈਨ ਦੇ ਵਿੱਚ ਚੱਲਦਿਆਂ ਇੱਕ ਬਹੁਤ ਵੱਡਾ ਨਾਮ ਹੋਰ ਆਉਂਦਾ ਆ, ਉਹ ਆਉਂਦਾ WH ਮੈਕਲੌਡ ਦਾ। ਹੁਣ ਪਹਿਲਾਂ ਇਹ ਸਮਝ ਲਈਏ, ਕਿਉਂਕਿ ਉਹਨੇ ਵੀ ਇੱਕ ਓਂਕਾਰ ਨੂੰ ਓਮ ਹੀ ਕਿਹਾ ਆ। ਹੁਣ ਪਹਿਲਾਂ ਇਹ ਸਮਝ ਲਈਏ ਕਿ WH ਮੈਕਲੌਡ ਹੈ ਕੌਣ। ਪ੍ਰੈਸਬਿਟੀਰੀਅਨ ਚਰਚ ਮਿਸ਼ਨ ਦੀ ਜੇ ਤੁਸੀਂ ਇਤਿਹਾਸ ਖੋਜੋਗੇ ਨਾ ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿ ਪ੍ਰੈਸਬਿਟੀਰੀਅਨਸ ਨੇ ਆਪਣੇ ਜਿਹੜੇ ਮਿਸ਼ਨਰੀਜ਼ ਆ ਉਹ ਅਫਰੀਕਾ ਦੇ ਵਿੱਚ ਵੀ ਭੇਜੇ, ਚਾਈਨਾ ਦੇ ਵਿੱਚ ਵੀ ਭੇਜੇ, ਜਿੱਥੇ ਵੀ ਉਹ ਭੇਜ ਸਕਦੇ ਸੀ ਉਹਨਾਂ ਨੇ ਭੇਜੇ, ਔਰ ਇੰਡੀਆ ਦੇ ਵਿੱਚ ਵੀ ਬਕਾਇਦਾ ਭੇਜੇ। WH ਮੈਕਲੌਡ ਜਿਹੜਾ ਹੈ ਉਹ 1950 ਦੇ ਵਿੱਚ
ਪਹਿਲਾਂ ਪ੍ਰੈਸਬੀਟੀਰੀਅਨ ਚਰਚ ਮਿਸ਼ਨ ਸੁਸਾਇਟੀ ਨੂੰ ਜੁਆਇਨ ਕਰਦਾ ਆ, ਉਸ ਤੋਂ ਬਾਅਦ 1950 ਦੇ ਵਿੱਚ ਉਹ ਪੰਜਾਬ ਆਉਂਦਾ ਆ ਔਰ ਬਕਾਇਦਾ ਪ੍ਰੈਸਬੀਟੀਰੀਅਨ ਮਿਸ਼ਨ ਜਿਹੜੀ ਸੁਸਾਇਟੀ ਆ ਉਹ ਉਹਨੂੰ ਭੇਜਦੀ ਆ, ਚਰਚ ਉਹ ਉਹਨੂੰ ਭੇਜਦੀ ਆ। ਹੁਣ ਜਦੋਂ ਕੋਈ ਇੱਕ ਪਰਟੀਕੂਲਰ ਮਿਸ਼ਨਰੀ ਦੇ ਨਾਲ ਲੱਗ ਕੇ ਤੁਸੀਂ ਇੱਕ ਕੰਮ ਕਰਨ ਆ ਰਹੇ ਹੋ ਅਤੇ ਤੁਸੀਂ ਉਹਦੀ ਟਰਾਂਸਲੇਸ਼ਨ ਕਰੋਗੇ ਜਾਂ ਕੁਝ ਵੀ ਕਰੋਗੇ, ਡੈਫੀਨੇਟਲੀ ਤੁਸੀਂ ਬਾਇਸਡ ਹੋਵੋਗੇ। ਹੁਣ ਇੱਥੇ ਮੈਕਲੋਡ ਸਾਹਿਬ ਇਹ ਕਹਿੰਦੇ ਆ ਕਿ ਮੈਂ ਬਾਇਸਡ ਨਹੀਂ ਹੈਗਾ, ਮੈਂ ਐਥੀਸਟ ਹਾਂ, ਯਾਨੀ ਕਿ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ ਜਾਂ ਮੈਂ ਰੱਬ ਦੀ ਹੋਣ ਦੀ ਖੋਜ ਵਿੱਚ ਹਾਂ। ਪਰ ਜੇ ਤੁਸੀਂ ਹੁਣ ਜਾਂ ਤਾਂ ਤੁਸੀਂ ਕਿਸੇ ਖੋਜ ਵਿੱਚ ਹੋਵੋਗੇ ਤਾਂ ਤੁਸੀਂ ਫਿਰ ਕਿਸੇ ਜਥੇਬੰਦੀ ਦੇ ਨਾਲ ਨਹੀਂ ਹੋਵੋਗੇ। ਜੇ ਮੈਂ ਇਹ ਕਹਿੰਦੀ ਹਾਂ ਕਿ ਮੈਂ ਦਮਦਮੀ ਟਕਸਾਲ ਦੇ ਨਾਲ ਹਾਂ ਅਤੇ ਇਹਦਾ ਮਤਲਬ ਹੈ ਕਿ ਮੇਰੀ ਫਿਲੋਸਫੀ ਦਮਦਮੀ ਟਕਸਾਲ ਦੇ ਨਾਲ ਮਿਲਣੀ ਚਾਹੀਦੀ ਹੈ ਨਾ। ਅਤੇ ਇੱਕ ਪਾਸੇ ਮੈਂ ਕਹਾਂ ਕਿ ਮੈਂ ਦਮਦਮੀ ਟਕਸਾਲ ਦੇ ਨਾਲ ਵੀ ਹੈਗੀ ਹਾਂ ਪਰ ਉਂਝ ਮੈਂ ਰੱਬ ਨੂੰ ਨਹੀਂ ਮੰਨਦੀ, ਇਹ ਹੋ ਸਕਦਾ? ਜੇ ਮੈਂ ਰੱਬ ਨੂੰ ਨਹੀਂ ਮੰਨਦੀ ਫਿਰ ਮੈਂ ਕਮਿਊਨਿਸਟ ਹੋਊਂਗੀ। ਸੋ ਇਹ ਦੋ ਅਲੱਗ-ਅਲੱਗ ਗੱਲਾਂ ਨੂੰ ਤੁਹਾਨੂੰ ਇੱਕ ਕਨਫਿਊਜ਼ ਕਰਨ ਦੇ ਲਈ ਮੈਕਲੋਡ ਸਾਹਿਬ ਕਹਿੰਦੇ ਨੇ ਕਿ ਮੈਂ ਜਿਹੜਾ ਆ ਮੈਂ ਬਾਇਸਡ ਨਹੀਂ ਹੈਗਾ ਕਿਉਂਕਿ ਮੈਂ ਕ੍ਰਿਸਚਨ ਨਹੀਂ ਹੈਗਾ, ਮੈਂ ਤਾਂ ਐਥੀਸਟ ਹਾਂ। ਔਰ ਲੱਗੇ ਹੋਏ ਆ ਉਹ ਪ੍ਰੈਸਬੀਟੀਰੀਅਨ ਚਰਚ ਮਿਸ਼ਨ ਦੇ ਨਾਲ, ਬਕਾਇਦਾ ਪ੍ਰੈਸਬੀਟੀਰੀਅਨ ਚਰਚ ਮਿਸ਼ਨ ਹੀ ਉਹਨਾਂ ਨੂੰ ਫੰਡ ਕਰਕੇ 1950 ਦੇ ਵਿੱਚ ਪੰਜਾਬ ਭੇਜਦਾ ਹੈ। ਔਰ ਉਸ ਤੋਂ ਬਾਅਦ ਜੋ ਕੁਛ ਵੀ ਉਹਨਾਂ ਨੇ ਲਿਖਿਆ, ਜੋ ਵੀ ਉਹ ਆਪਣੀ ਇੱਕ ਥੋਟ ਪ੍ਰੋਸੈਸ ਦੇ ਵਿੱਚੋਂ ਜੋ ਵੀ ਇੰਟਰਪ੍ਰੀਟੇਸ਼ਨਸ ਕੀਤੀਆਂ, ਉਹ ਸਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਿੰਨਾ ਕੁ ਬਾਇਸਡ ਕੰਮ ਜਿਹੜਾ ਉਹ ਕੀਤਾ ਆ। ਖੈਰ, ਮੇਰੀ ਜਿਹੜੀ ਤੁਹਾਡੇ ਸਾਰਿਆਂ ਨਾਲ ਇੱਕ ਗੱਲਬਾਤ ਦਾ ਕਾਰਨ ਕੀ ਆ ਕਿ ਜਦੋਂ ਵੀ ਕੋਈ ਕੰਮ ਪੜ੍ਹਨਾ ਸ਼ੁਰੂ ਕਰੋ ਨਾ ਤਾਂ ਉਹਦੀ ਕੰਟੈਕਸਟ ਜ਼ਰੂਰ ਦੇਖ ਲਿਆ ਕਰੋ। ਅਰਨਸਟ ਟਰੰਪ ਜਦੋਂ ਇਹ ਟਰਾਂਸਲੇਸ਼ਨ ਕਰ ਰਿਹਾ ਤਾਂ ਉਹ ਵੀ ਚਰਚ ਮਿਸ਼ਨ ਸੁਸਾਇਟੀ ਨੇ ਭੇਜਿਆ ਹੋਇਆ। WH ਮੈਕਲੋਡ ਜਦੋਂ ਕੰਮ ਕਰ ਰਿਹਾ ਤਾਂ ਉਹ ਵੀ ਪ੍ਰੈਸਬੀਟੀਰੀਅਨ ਚਰਚ ਮਿਸ਼ਨ ਸੁਸਾਇਟੀ ਨੇ ਭੇਜਿਆ ਹੋਇਆ। ਔਰ ਦੋਨਾਂ ਦਾ ਹੀ ਕੰਮ ਕੀ ਆ, ਜਿਹੜੀਆਂ ਚਰਚ ਮਿਸ਼ਨ ਸੁਸਾਇਟੀਜ਼ ਆ, ਬੇਸਿਕਲੀ ਕਨਵਰਜਨਸ। ਔਰ ਕਨਵਰਜਨ ਤਾਂ ਹੋਊਗੀ ਜੇ ਉਹ ਤੁਹਾਡੇ ਸਿਧਾਂਤਾਂ ਨੂੰ ਖੋਖਲਾ ਦੱਸਣਗੇ ਤੇ, ਕਿਉਂਕਿ ਜਦੋਂ ਉਹ ਦੱਸਣਗੇ ਕਿ ਤੁਹਾਡੇ ਸਿਧਾਂਤ ਗਲਤ ਹੈ, ਤੁਹਾਡੇ ਸਿਧਾਂਤਾਂ ਵਿੱਚ ਤਾਂ ਕੁਛ ਹੈ ਹੀ ਨਹੀਂ, ਫਿਰ ਹੀ ਤਾਂ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਨਾ। ਕਿਉਂਕਿ ਫਿਲਹਾਲ ਤਾਂ ਤੁਹਾਡੇ ਆਪਣੇ ਅੰਦਰ ਹੀ ਦਿਲ ਦੇ ਵਿੱਚ ਇਹ ਹੈ ਕਿ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਦੈਟ ਇਜ਼ ਦੀ ਫੋਰਮੋਸਟ ਥਿੰਗ। ਹੁਣ ਮੈਂ ਮੈਂ ਟਰੰਪ ਦੀ ਗੱਲ ਵੀ ਔਰ ਮੈਂ ਮੈਕਲੋਡ ਨੂੰ ਥੋੜ੍ਹੀ ਜਿਹੀ ਇਸ ਗੱਲ ਨੂੰ ਥੋੜ੍ਹਾ ਜਿਹਾ ਡਿਸਕਾਊਂਟ ਦਿੰਦੀ ਹਾਂ ਕਿ ਚਲੋ ਕਿਉਂਕਿ ਉਹ ਬਾਹਰ ਦੇ ਲੋਕ ਸੀ, ਪਤਾ ਉਹਨਾਂ ਨੂੰ ਸਾਡੇ ਨਾ ਤਾਂ ਇਤਿਹਾਸ ਦਾ ਪਤਾ ਸੀ ਨਾ ਸਾਡੇ ਕਲਚਰ ਦਾ ਪਤਾ ਸੀ। ਫਿਰ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਟਰਾਂਸਲੇਸ਼ਨਲ ਫੈਲੇਸੀ। ਟਰਾਂਸਲੇਸ਼ਨ ਜਦੋਂ ਤੁਸੀਂ ਕਰਦੇ ਆ ਨਾ ਤਾਂ ਤੁਸੀਂ ਅੱਖਰਾਂ ਦੀ ਟਰਾਂਸਲੇਸ਼ਨ ਕਰ ਸਕਦੇ ਆ, ਭਾਵਾਂ ਦੀ ਟਰਾਂਸਲੇਸ਼ਨ ਨਹੀਂ ਹੁੰਦੀ ਹੈ। ਮੈਂ ਪਹਿਲਾਂ ਵੀ ਕਿਹਾ ਆ, ਤੁਸੀਂ ਕਿਸੇ ਨੂੰ ਇਹ ਕਹਿਣਾ ਹੋਵੇ ਧੁਰ ਕੀ ਬਾਣੀ ਆਈ, ਤੁਸੀਂ ਇਹਦੀ ਟਰਾਂਸਲੇਸ਼ਨ ਕੀ ਕਰੋਗੇ? ਹੁਣ ਇਹ ਤਾਂ ਭਾਵ ਹੈ ਨਾ, ਜਦੋਂ ਇਹਨੂੰ ਅੱਖਰਾਂ ਦੇ ਨਾਲ ਕਰੋਗੇ ਤਾਂ ਕੋਈ ਸੁਣਨ ਵਾਲਾ ਕਹੂਗਾ ਕਿ ਕਿੱਦਾਂ ਹੋ ਸਕਦਾ, ਦੈਟ ਇਜ਼ ਨਾਟ ਪੋਸੀਬਲ। ਪਰ ਜਦੋਂ ਤੁਸੀਂ ਭਾਵ ਨੂੰ ਸਮਝੋਗੇ ਔਰ ਗੁਰੂ ਨਾਨਕ ਨੂੰ ਸਮਝੋਗੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਸਮਝੋਗੇ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਧੁਰ ਕੀ ਬਾਣੀ ਕਿਉਂ ਆਈ। ਔਰ ਬਕਾਇਦਾ ਇੱਕ ਓਂਕਾਰ ਦੇ ਫਲਸਫੇ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਧੁਰ ਕੀ ਬਾਣੀ ਦਾ ਮਤਲਬ ਕੀ ਹੈ। ਇੱਕ ਬਹੁਤ ਵੱਡਾ ਨਾ ਸਟੀਫਨ ਹਾਕਿੰਗ ਦਾ ਇੱਕ ਲਾਈਨ ਵੀ ਹੈਗੀ ਆ, ਉਹ ਮੈਂ ਤੁਹਾਡੇ ਨਾਲ ਕੋਟ ਕਰਦੀ ਹਾਂ। ਅਤੇ ਉਹ ਕਹਿੰਦਾ ਕਿ ਦ ਗ੍ਰੇਟੈਸਟ ਐਨਮੀ ਆਫ ਨੌਲੇਜ ਇਜ਼ ਨਾਟ ਇਗਨੋਰੈਂਸ, ਇਟ ਇਜ਼ ਦ ਇਲਿਊਜ਼ਨ ਆਫ ਨੌਲੇਜ। ਕਿ ਜ਼ਰੂਰੀ ਨਹੀਂ, ਗਲਤੀ ਇਹ ਨਹੀਂ ਹੈਗੀ ਕਿ ਤੁਹਾਨੂੰ ਨੌਲੇਜ ਨਹੀਂ ਹੈ, ਤੁਹਾਡੀ ਜਿਹੜੀ ਇਗਨੋਰੈਂਸ ਆ ਉਹ ਜਿਹੜੀ ਹੈਗੀ ਆ ਉਹ ਤੁਹਾਡਾ ਦੁਸ਼ਮਣ ਨਹੀਂ ਆ। ਤੁਹਾਡਾ ਦੁਸ਼ਮਣ ਕੀ ਆ ਕਿ ਤੁਹਾਨੂੰ ਭੁਲੇਖਾ ਹੋ ਜਾਏ ਕਿ ਮੈਨੂੰ ਨੌਲੇਜ ਬਹੁਤ ਆ। ਔਰ ਜਿਹੜੇ ਹੁਣ ਅਰਨਸਟ ਟਰੰਪ ਔਰ ਮੈਕਲੋਡ, ਇਹਨਾਂ ਸਾਰਿਆਂ ਨੂੰ ਤਾਂ ਚਲੋ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਵੀ ਕਹਿੰਦੀ ਹਾਂ ਵੀ ਕਲਚਰ ਇਹਨਾਂ ਦਾ ਡਿਫਰੈਂਟ ਸੀਗਾ, ਇਹਨਾਂ ਨੂੰ ਕੁਛ ਪਤਾ ਨਹੀਂ ਸੀ, ਸਾਡੇ ਕਲਚਰ ਬਾਰੇ ਪਤਾ ਨਹੀਂ ਸੀ, ਸਾਡੇ ਗੁਰੂਆਂ ਦੀ ਜਿਹੜੀ ਇੱਕ ਸ਼ਖਸੀਅਤ ਸੀ ਉਹਦੇ ਬਾਰੇ ਪਤਾ ਨਹੀਂ ਸੀ। ਤਾਂ ਇਸ ਕਰਕੇ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਜੇ ਡਿਸਕਾਊਂਟ ਦੇ ਵੀ ਦੇਵਾਂ, ਹੈਰਾਨੀ ਹੁੰਦੀ ਆ ਉਹਨਾਂ ਸਕਾਲਰਸ ਦੇ ਉੱਤੇ ਜਿਹੜੇ ਅੱਜ ਵੀ ਮੈਕਲੋਡ ਨੂੰ ਕੋਟ ਕਰ ਰਹੇ ਆ ਔਰ ਉਹਨਾਂ ਨੂੰ ਅੱਜ ਵੀ ਇਹ ਲੱਗਦਾ ਆ ਕਿ ਕੰਟੈਂਪਰਰੀ ਸਕਾਲਰਸ ਦੇ ਵਾਸਤੇ ਜਿਹੜਾ ਟਰੰਪ ਔਰ ਮੈਕਲੋਡ ਦੀਆਂ ਜਿਹੜੀਆਂ ਜੋ ਵੀ ਉਹਨਾਂ ਨੇ ਕੰਮ ਕੀਤੇ ਉਹ ਰੈਫਰੈਂਸਿਸ ਬਹੁਤ ਇੰਪੋਰਟੈਂਟ ਆ। ਇੱਥੇ ਇੱਕ ਗੱਲ ਆਉਂਦੀ ਆ, ਉਹਨਾਂ ਦੇ ਉੱਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਚਲੋ ਉਹਨਾਂ ਦੀ ਤਾਂ ਮੈਂ ਮੰਨ ਲਿਆ ਕਿ ਉਹਨਾਂ ਨੂੰ ਜਿਹੜੀ ਨੌਲੇਜ ਦੀ ਇਲਿਊਜ਼ਨ ਹੋ ਗਿਆ ਅਤੇ ਉਹਨਾਂ ਦਾ ਐਨਮੀ ਬਣ ਗਿਆ। ਅਤੇ ਤੁਹਾਡਾ ਕੀ ਹੋਇਆ? ਤੁਹਾਨੂੰ ਪ੍ਰੋਬਲਮ ਕਿੱਥੇ ਆ ਕਿ ਅਸੀਂ ਜੋ ਪੰਜਾਬ ਵੱਲ ਦੇ ਜਾਂ ਜਿਹੜੇ ਅਸੀਂ ਉੱਧਰ ਦੇ ਲੋਕ ਆ ਨਾ, ਈਸਟ ਜਿਹੜੇ ਗਲੋਬਲ ਆਪਾਂ ਜਿਹੜੇ ਈਸਟ ਦੇ ਲੋਕ ਆ, ਸਾਨੂੰ ਇਹ ਲੱਗਦਾ ਆ ਕਿ ਜਿਹੜੀ ਵੀ ਚੀਜ਼ ਵੈਸਟ ਤੋਂ ਆ ਗਈ ਉਹ ਸੱਚੀ ਆ। ਵੈਸਟ ਨੇ ਤੁਹਾਨੂੰ ਕਹਿ ਦਿੱਤਾ ਕਿ ਅਸੀਂ ਚੰਦਰਮਾ 'ਤੇ ਗਏ ਹਾਂ, ਤੁਸੀਂ ਕਹਿਣਾ ਵਾਹ ਗਏ ਹੋਣਗੇ। ਅਤੇ ਜੇ ਕਿਸੇ ਉੱਧਰ ਦੇ ਕਿਸੇ ਬੰਦੇ ਨੇ ਕਹਿ ਦਿੱਤਾ ਨਾ ਕਿ ਮੈਂ ਤਾਂ ਪਹਿਲਾਂ ਹੀ ਦੇਖ ਕੇ ਆਇਆ ਸੀਗਾ, ਮੈਂ ਤਾਂ ਅੰਦਰੋਂ ਟਰੈਵਲ ਕੀਤਾ, ਤੁਸੀਂ ਕਹਿਣਾ ਇਹ ਝੂਠ ਆ, ਇਹ ਗੱਪ ਹੈ, ਸਾਇੰਟੀਫਿਕ ਹੀ ਨਹੀਂ ਹੈ। ਸੋ ਬੇਸਿਕਲੀ ਜਿਹੜਾ ਸਾਡਾ ਸਾਇੰਸ ਦਾ ਫਲਸਫਾ ਨਾ ਉਹ ਅਸੀਂ ਵੈਸਟ ਤੋਂ ਲੈਂਦੇ ਹਾਂ। ਜਿਹੜੇ ਸਾਡੇ ਸਿੱਖ ਸਕਾਲਰ ਨੇ ਉਹ ਮੈਕਲੋਡ, ਟਰੰਪ,
ਇਹਨਾਂ ਨੂੰ ਕੋਟ ਕਰਨਾ ਤਾਂ ਸਮਝਦੇ ਆ ਠੀਕ, ਅਤੇ ਜਦੋਂ ਆਪਣੀ ਵਾਰੀ ਆਉਂਦੀ ਆ ਸਾਡੇ ਕੋਲ ਪੂਰਨ ਸਿੰਘ ਹੋਣੀ ਹੈਗੇ ਆ, ਪ੍ਰੋਫੈਸਰ ਸਾਹਿਬ ਸਿੰਘ ਹੋਣੀ ਹੈਗੇ ਆ, ਸਾਡੇ ਕੋਲ ਬੜੀਆਂ ਮਹਿਬੂਬ ਸਾਹਿਬ ਹੋਣੀ ਹੈਗੇ ਆ, ਅਸੀਂ ਉਹਨਾਂ ਨੂੰ ਕੋਟ ਕਰਨਾ ਠੀਕ ਨਹੀਂ ਸਮਝਦੇ। ਜਦ ਕਿ ਉਹਨਾਂ ਨੇ ਸਿੱਖ ਫਲਸਫੇ ਨੂੰ ਸਿਰਫ ਟਰਾਂਸਲੇਸ਼ਨ ਵਿੱਚ ਨਹੀਂ ਸਮਝਿਆ, ਉਹਨਾਂ ਨੇ ਬਕਾਇਦਾ ਜੀਆ ਆ। ਸਿੱਖ ਫਲਸਫੇ ਨੂੰ ਜੀ ਕੇ ਉਹਨਾਂ ਨੇ ਗੁਰੂ ਦੀ ਆਪਣੇ ਗੁਰੂ ਦੀ ਜੋ ਉਹਨਾਂ ਦੀ ਜੋ ਮੈਂ ਤੁਹਾਨੂੰ ਪਹਿਲੇ ਚੱਲਦਿਆਂ ਸ਼ੁਰੂ ਕੀਤਾ ਸੀ, ਜਿਹੜੀ ਸੁਪਰ ਕੌਨਸ਼ੀਅਸ ਲੈਵਲ ਦੇ ਉੱਪਰ ਤੁਹਾਡੇ ਗੁਰੂ ਦੇ ਨਾਲ ਜੋ ਰਿਸ਼ਤਾ ਆ, ਉਸ ਰਿਸ਼ਤੇ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਇੰਟਰਪ੍ਰੀਟੇਸ਼ਨਸ ਆ ਉਹ ਨਿਕਲੀਆਂ ਆ। ਅਸੀਂ ਉਹਨਾਂ ਨੂੰ ਕੋਟ ਨਹੀਂ ਕਰਦੇ, ਅਸੀਂ ਕਰਦੇ ਹਾਂ ਕੋਟ ਮੈਕਲੋਡ ਨੂੰ। ਹੈਰਾਨੀ ਹੁੰਦੀ ਆ ਔਰ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਕਿਆ ਮੈਂ ਸਕਾਲਰਸ ਕਹਾਂ ਇਹਨਾਂ ਨੂੰ ਕਿ ਨਾ ਕਹਾਂ, ਕਿਉਂਕਿ ਸਕਾਲਰ ਦਾ ਮਤਲਬ ਹੁੰਦਾ ਜੋ ਹਰ ਇੱਕ ਤਰੀਕੇ ਨਾਲ ਚੀਜ਼ਾਂ ਨੂੰ ਥੋੜ੍ਹਾ ਜਿਹਾ ਤੋਲ ਕੇ ਦੇਖੇ, ਉਹ ਤੱਕੜੀ ਦੇ ਵਿੱਚ ਸਾਰਾ ਕੁਝ ਤੋਲ ਕੇ ਦੇਖੇ ਕਿ ਕੌਣ ਕੀ ਕਹਿ ਰਿਹਾ ਆ। ਕੋਈ ਇੱਕ ਪੇਪਰ ਤਾਂ ਤੁਸੀਂ ਲਿਖ ਸਕਦੇ ਸੀ ਨਾ, ਕੋਈ ਇੱਕ ਪੇਪਰ ਕਿ ਮੈਕਲੋਡ ਜਾਂ ਟਰੰਪ ਨੇ ਕਿੱਥੇ ਗਲਤੀਆਂ ਕੀਤੀਆਂ। ਅਸੀਂ ਉਹ ਸਮਝਿਆ ਹੀ ਨਹੀਂ, ਕਿਉਂਕਿ ਸਾਡੇ ਲਈ ਵੈਸਟ ਇਜ਼ ਦੀ ਬੈਸਟ ਹੈ ਨਾ। ਸਾਨੂੰ ਲੱਗਦਾ ਕਿ ਜੋ ਅੰਗਰੇਜ਼ਾਂ ਨੇ ਕਹਿ ਤਾ ਉਹੀ ਸਾਡਾ ਬਰਾਬਰ ਠੀਕ ਆ। ਹਿੰਦੂ ਮਾਈਥੋਲੋਜੀ ਨਾਲ ਵੀ ਇਹੀ ਹੋਇਆ ਬੇਸਿਕਲੀ, ਕਿਉਂਕਿ ਜੋ ਵੈਸਟ ਨੇ ਕਿਹਾ ਕਿ ਆ ਵੀ ਗਲਤ ਇਹ ਵੀ ਗਲਤ, ਅਤੇ ਉਹ ਆਪਾਂ ਮੰਨੀ ਗਏ ਹਾਂ। ਮੇਰਾ ਇੱਕ ਥੀਸਿਸ ਹੈ, ਹਜੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ MPhil ਦੇ ਵਿੱਚ ਮੇਰਾ ਥੀਸਿਸ ਆ, ਉਹ ਪਿਆ ਹੋਊਗਾ ਉੱਥੇ, ਤੁਸੀਂ ਜਾ ਕੇ ਦੇਖ ਸਕਦੇ ਆ ਜਿਹਨੇ ਦੇਖਣਾ ਆ। ਉਹਦੇ ਵਿੱਚ ਮੈਂ ਬਕਾਇਦਾ ਵਿਲੀਅਮ ਡਾਲਰਿੰਪਲ ਦੀ ਕਿਤਾਬ ਹੈ ਦ ਏਜ ਆਫ ਕਾਲੀ, ਉਹਦੇ ਉੱਤੇ ਹੀ ਮੈਂ ਉਹਦਾ ਕੰਮ ਕੀਤਾ ਹੈ, ਉਹਦੇ ਉੱਤੇ ਮੇਰਾ ਕੰਮ ਹੈ। ਉਹ ਕਾਲੀ ਨੂੰ ਕਾਲ ਦੇ ਨਾਲ ਮਿਲਾ ਕੇ ਦੇਖ ਰਿਹਾ, ਕਾਲੀ ਅਤੇ ਕਾਲ ਜਿਹੜੀ ਗੋਡੈਸ ਕਾਲੀ ਆ ਔਰ ਕਾਲ ਦੋਵਾਂ ਨੂੰ ਇਕੱਠਿਆਂ ਨੂੰ ਕਰਕੇ ਦੇਖ ਰਿਹਾ। ਔਰ ਕਿਸੇ ਹਿੰਦੂ ਨੇ ਅੱਜ ਤੱਕ ਇਸ ਗੱਲ ਬਾਰੇ ਜੋ ਆਵਾਜ਼ ਹੀ ਨਹੀਂ ਚੱਕੀ ਕਿ ਅਸੀਂ ਗੱਲ ਤਾਂ ਕਰੀਏ ਕਿ ਗੋਡੈਸ ਕਾਲੀ ਇਜ਼ ਡਿਫਰੈਂਟ ਔਰ ਕਾਲ ਡਿਫਰੈਂਟ ਆ, ਦੋ ਅਲੱਗ-ਅਲੱਗ ਚੀਜ਼ਾਂ ਆ, ਪਰ ਉਹ ਮਿਲਾਈ ਜਾ ਰਿਹਾ ਔਰ ਉਹ ਮੰਨੀ ਜਾ ਰਿਹਾ। ਔਰ ਮੈਂ ਉਹਦੇ 'ਤੇ ਮੇਰੀ ਡਿਜ਼ਰਟੇਸ਼ਨ ਪਈ ਆ, ਮੇਰਾ ਥੀਸਿਸ ਪਿਆ ਉਹਦੇ 'ਤੇ। ਖੈਰ ਇਹ ਸਾਡੇ 'ਚ ਨਾ ਇੱਕ ਇਨਬਿਲਟ ਚੀਜ਼ ਆ ਕਿ ਜੋ ਵੈਸਟ 'ਚੋਂ ਆ ਗਿਆ ਅਸੀਂ ਉਹਨੂੰ ਮੰਨ ਲਿਆ, ਜੋ ਵੈਸਟ 'ਚੋਂ ਨਹੀਂ ਆਇਆ ਅਸੀਂ ਉਹਨੂੰ ਨਕਾਰ ਦਿੱਤਾ। ਸਾਡੇ ਸਿੱਖ ਸਕਾਲਰਸ ਨੂੰ ਇਹ ਬਕਾਇਦਾ ਚਾਹੀਦਾ ਸੀਗਾ ਕਿ ਉਹ ਆਪਣੇ ਸਕਾਲਰਸ ਦੀ ਗੱਲ ਵੀ ਕਰਦੇ, ਉਹ ਆਪਣੇ ਸਕਾਲਰਸ ਦੇ ਨਾਲ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਉਹਨਾਂ ਦੀ ਗੱਲ ਮੰਨ ਜਾਂਦੇ, ਪਰ ਇੱਕ ਕੰਪੈਰੇਟਿਵ ਸਟੱਡੀ ਤਾਂ ਕਰਦੇ ਨਾ, ਘੱਟੋ ਘੱਟ ਇੱਕ ਪੇਪਰ ਤਾਂ ਲਿਖਦੇ ਜਿਹਦੇ ਵਿੱਚ ਇੱਕ ਕੰਪੈਰੇਟਿਵ ਸਟੱਡੀ ਹੁੰਦੀ। ਚਲੋ ਵਾਟ ਐਵਰ ਇਜ਼ ਦਾ ਕੇਸ, ਗੱਲ ਆਪਾਂ ਆਈਏ ਕਿਉਂਕਿ ਆਪਣੇ ਕੋਲ ਸਮਾਂ ਫਿਰ ਇਜਾਜ਼ਤ ਨਹੀਂ ਦੇ ਰਿਹਾ ਕਿ ਇੱਕ ਓਂਕਾਰ ਅਤੇ ਓਮ ਨੂੰ ਜਿੱਦਾਂ ਵੀ ਕਰਕੇ ਇਹਨਾਂ ਨੇ ਇੱਕ ਕੰਪੀਟੀਸ਼ਨ ਦੇ ਵਿੱਚ ਖੜਾ ਕਰ ਦਿੱਤਾ ਔਰ ਉਸੇ ਕੰਪੀਟੀਸ਼ਨ ਦੇ ਵਿੱਚੋਂ ਸਾਡੀਆਂ ਆਪਣੀਆਂ ਲੜਾਈਆਂ ਨਿਕਲ ਕੇ ਆ ਗਈਆਂ। ਪਰ ਗੱਲ ਹੈਰਾਨੀ ਦੀ ਇਹ ਆ ਕਿ ਓਮ ਅਤੇ ਇੱਕ ਓਂਕਾਰ ਨੂੰ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਓਮ ਇੱਕ ਡਿਫਰੈਂਟ ਚੀਜ਼ ਆ, ਇੱਕ ਓਂਕਾਰ ਇੱਕ ਡਿਫਰੈਂਟ ਚੀਜ਼ ਆ। ਓਮ ਤੁਸੀਂ ਦੇਖੋ ਨਾ, 2 ਗਲਾਸ ਹੈ ਅਗਰ ਪਾਣੀ ਦੇ ਪਏ ਤਾਂ ਤੁਸੀਂ 2 ਪਾਣੀ ਦੇ ਗਲਾਸਾਂ ਨੂੰ ਤਾਂ ਕੰਪੇਅਰ ਕਰ ਸਕਦੇ ਹਾਂ ਕਿ ਕਿਹਦੇ ਵਿੱਚ ਕਿਹੜਾ ਸਾਫ਼ ਹੈ ਕਿਹੜਾ ਥੋੜ੍ਹਾ ਘੱਟ ਸਾਫ਼ ਹੈ, ਉਹ ਤਾਂ ਤੁਸੀਂ ਕੰਪੇਅਰ ਕਰ ਸਕਦੇ ਹਾਂ। ਪਰ ਤੁਸੀਂ ਅੱਗ ਅਤੇ ਪਾਣੀ ਨੂੰ ਕਿੱਦਾਂ ਕੰਪੇਅਰ ਕਰੋਗੇ? ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। 2 ਅਲੱਗ-ਅਲੱਗ ਚੀਜ਼ਾਂ ਹੈ, ਤੁਸੀਂ ਇਹਨਾਂ ਨੂੰ ਕਿਵੇਂ ਕੰਪੇਅਰ ਕਰੋਗੇ? ਓਮ ਅਤੇ ਇੱਕ ਓਂਕਾਰ ਦਾ ਕੰਪੀਟੀਸ਼ਨ 'ਚ ਆਉਣਾ ਬਣਦਾ ਹੀ ਨਹੀਂ ਸੀ, ਕਿਉਂਕਿ ਇੱਕ ਓਂਕਾਰ ਡਿਫਰੈਂਟ ਹੈ, ਓਮ ਡਿਫਰੈਂਟ ਹੈ। ਕਿੱਦਾਂ? ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਓਮ ਦੀ ਦੇਖੋ, ਓਮ ਦੀ ਜਿਹੜੀ ਸਾਊਂਡ ਹੈ ਨਾ ਉਹ 3 ਅੱਖਰਾਂ ਤੋਂ ਬਣਦੀ ਆ, ਓ ਮ 3 ਤੋਂ ਬਣਦੀ ਆ ਓਮ। ਹੁਣ ਜਿਹੜਾ ਔਰ ਇਹਦੇ ਵਿੱਚ ਜ਼ੁਬਾਨ ਦਾ ਯੂਜ਼ ਨਹੀਂ ਹੁੰਦਾ, ਇਹ ਬੜੀ ਸਿੰਪਲ ਜੀ ਗੱਲ ਹੈ, ਜ਼ੁਬਾਨ ਦਾ ਯੂਜ਼ ਨਹੀਂ ਹੁੰਦਾ। ਤੁਸੀਂ ਬੋਲ ਕੇ ਦੇਖਿਓ, ਓਮ ਜਿਹੜਾ ਹੈ ਉਹ ਜ਼ੁਬਾਨ ਨੂੰ ਯੂਜ਼ ਨਹੀਂ ਕਰਦਾ। ਔਰ ਹਿੰਦੂ ਇਹ ਮੰਨਦੇ ਨੇ, ਹਿੰਦੂ ਸਕਾਲਰਸ ਇਹ ਮੰਨਦੇ ਨੇ ਕਿ ਓਮ ਜਿਹੜੀ ਹੈ ਉਹ ਫਸਟ ਸਾਊਂਡ ਹੈ, ਬੇਸਿਕ ਸਾਊਂਡ ਹੈ, ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਾਊਂਡਸ ਬਣਦੀਆਂ ਉਹ ਜ਼ੁਬਾਨ ਜਿਹੜੀ ਆ ਉਹ ਓਮ ਦੇ ਵਿੱਚੋਂ ਹੀ, ਜ਼ੁਬਾਨ ਨੂੰ ਜਦੋਂ ਤੁਸੀਂ ਯੂਜ਼ ਕਰਦੇ ਹੋ ਫਿਰ ਬਣਦੀ ਆ। ਔਰ ਇਹ ਗੱਲ ਠੀਕ ਵੀ ਆ। ਹੁਣ ਓਂਕਾਰ ਦੀ ਜਦੋਂ ਗੱਲ ਕਰਾਂਗੇ ਉੱਥੇ ਜ਼ੁਬਾਨ ਦਾ ਯੂਜ਼ ਹੁੰਦਾ ਆ, ਤਾਂ ਇਸ ਕਰਕੇ ਪਹਿਲਾ ਹੀ ਜਿਹੜਾ ਫਸਟ ਗੱਲ ਆ ਕਿ ਔਨ ਦਾ ਬੇਸਿਸ ਆਫ ਸਾਊਂਡ ਇਟਸੈਲਫ ਓਮ ਅਤੇ ਓਂਕਾਰ ਡਿਫਰੈਂਟ ਆ। ਉਹ ਓਮ ਹੈ ਔਰ ਓਮਕਾਰ ਦੀ ਗੱਲ ਕਰਦਾ, ਇਹ ਓਅੰਕਾਰ ਹੈ, ਓਮਕਾਰ ਨਹੀਂ ਹੈ। ਅੱਗੇ ਆ ਜਾਈਏ, ਜਿਹੜਾ ਇਹ ਸਿਲੇਬਲ ਹੈ 3 ਸਿਲੇਬਲ ਦੀ ਗੱਲ। ਹੁਣ ਜਦੋਂ ਯੋਗ ਤੰਤਰ ਦੀ ਗੱਲ ਕਰਦੇ ਆ, ਇਹਦੇ ਵਿੱਚ ਧਿਆਨ ਨਾਲ ਇਸ ਗੱਲ ਨੂੰ ਸਮਝਿਓ ਕਿ 3 ਤਰ੍ਹਾਂ ਦੀਆਂ ਜਿਹੜੀਆਂ ਨਾੜੀਆਂ ਹੈ, ਈੜਾ, ਪਿੰਗਲਾ ਅਤੇ ਸੁਸ਼ਮਾ, ਓ ਮ, ਇਹ ਤਿੰਨੇ ਹੀ ਜਿਹੜੇ ਯੋਗ ਤੰਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਹੜਾ ਹੈ ਉਹ ਈੜਾ ਔਰ ਓ ਮ ਇੱਦਾਂ ਕਰਕੇ ਪਿੰਗਲਾ ਔਰ ਜਿਹੜੀ ਸੁਸ਼ਮਾ ਨਾੜੀ ਹੈ ਉਹਨਾਂ ਦੇ ਉੱਤੇ ਐਮਫਸਾਈਜ਼ ਕਰਨ ਨੂੰ ਹੈ। ਇਸੇ ਯੋਗ ਤੰਤਰ ਦੇ ਵਿੱਚ ਫਿਰ ਚੱਕਰਾਂ ਦੀ ਗੱਲ ਆਉਂਦੀ ਹੈ ਔਰ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਦੇ ਜਿਹੜੇ 3 ਮੇਨ ਚੱਕਰ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਚੱਕਰ ਹੈ ਉਹ ਦੇ ਨਾਲ,
ਓ ਦੇ ਨਾਲ ਤੇ ਮ ਦੇ ਨਾਲ ਜਿਹੜਾ ਉਹ ਰਿਲੇਟਡ ਹੈ। ਹੁਣ ਜਦੋਂ ਇਹ ਯੋਗ ਤੰਤਰ ਦੀ ਗੱਲ ਹੈ, ਬੜੀ ਸ਼ਾਇਦ ਸਾਰੇ ਜਿੰਨੇ ਵੀ ਮੇਰੇ ਹਿੰਦੂ ਭੈਣ ਭਰਾ ਸੁਣਦੇ ਆ ਉਹਨਾਂ ਨੂੰ ਸਮਝ ਪਤਾ ਹੋਊਗੀ ਇਸ ਗੱਲ ਦੀ। ਔਰ ਇਹ ਮੰਨਿਆ ਜਾਂਦਾ ਹੈ ਕਿ ਜਿਸ ਵੀ ਚੱਕਰ ਨੂੰ ਐਕਟੀਵੇਟ ਕਰਨਾ ਹੈ, ਬੇਸਿਕਲੀ ਉਸੇ ਜਿਹੜਾ ਓਮ ਦੇ ਵਿੱਚੋਂ ਉਸੇ ਅੱਖਰ ਦੇ ਉੱਤੇ, ਉਸੇ ਸਾਊਂਡ ਦੇ ਉੱਤੇ ਜ਼ਿਆਦਾ ਐਮਫੇਸਾਈਜ਼ ਕਰ ਦਿਓ। ਹੁਣ ਇੱਥੋਂ ਤੱਕ ਤਾਂ ਗੱਲ ਹੋ ਗਈ ਓਮ ਦੀ। ਔਰ ਤੀਸਰੀ ਗੱਲ ਜਿਹੜੀ ਮੇਨ ਹੈ, ਮਤਲਬ ਪਹਿਲਾਂ ਮੈਂ ਸਾਊਂਡ ਦੇ ਉੱਤੇ ਗੱਲ ਕਰ ਦਿੱਤੀ, ਦੂਸਰੀ ਜਿਹੜੀ ਯੋਗ ਤੰਤਰ ਦੇ ਵਿੱਚ ਹੈ ਉਹਦੇ ਨਾਲ ਵੀ ਗੱਲ ਹੋ ਗਈ ਓਮ ਦੀ, ਔਰ ਤੀਸਰੀ ਜਿਹੜੀ ਇੰਪੋਰਟੈਂਟ ਗੱਲ ਆ ਉਹ ਇਹ ਆਉਂਦੀ ਆ। ਫਿਰ ਮੈਂ ਇਹ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਲਓਗੇ, ਮੈਂ ਬਕਾਇਦਾ ਇਹਦਾ ਰੈਫਰੈਂਸ ਜਿਹੜਾ ਉਹ ਤੁਹਾਨੂੰ ਦਿਖਾ ਰਹੀ ਹਾਂ ਕਿ ਜਿਹੜਾ ਅਮਿਤਾਭ ਵਿਕਰਮ ਦਿਵੇਦੀ, ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉਸੇ ਸੇਮ ਪੇਪਰ ਦੇ ਵਿੱਚ ਉਹ ਬਕਾਇਦਾ ਇਹ ਦੱਸਦੇ ਨੇ ਕਿ ਜਿਹੜਾ ਓ ਮ ਹੈ ਨਾ, ਇਹ 3 ਦੇਵਤਿਆਂ ਦੇ ਨਾਲ ਰਿਲੇਟਡ ਹੈ। ਓ ਮ ਇਹ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਨਾਲ ਰਿਲੇਟਡ। ਇਹ ਤੁਸੀਂ ਦੇਖ ਲਓ ਆਪਣੇ ਆਪ। ਤੇ ਇਸ ਤੋਂ ਬਾਅਦ ਹੁਣ ਇੱਥੋਂ ਤੱਕ ਤੇ ਗੱਲ ਆ ਗਈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਗੱਲ ਹੁੰਦੀ ਹੈ ਓਮ ਦੇ ਨਾਲ। ਹੁਣ ਆਪਾਂ ਪੁੱਛੀਏ ਕਿ ਓਂਕਾਰ ਕੀ ਹੈ? ਕਿਆ ਓਂਕਾਰ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਗੱਲ ਕਰਦਾ? ਤਾਂ ਮੈਂ ਇੱਥੋਂ ਭਾਈ ਗੁਰਦਾਸ ਜੀ ਨੂੰ ਕੋਟ ਕਰੂੰਗੀ। ਭਾਈ ਗੁਰਦਾਸ ਜੀ ਕਹਿੰਦੇ ਆ, ਓਅੰਕਾਰ ਆਕਾਰ ਜਿਸ ਸਤਿਗੁਰ ਪੁਰਖ ਸਿਰੰਦਾ ਸੋਈ, ਏਕ ਕਵਾਓ ਪਸਾਓ ਜਿਸ ਸ਼ਬਦ ਸੁਰਤ ਸਤਸੰਗ ਵਿਲੋਈ, ਬ੍ਰਹਮਾ ਬਿਸ਼ਨ ਮਹੇਸ਼ ਮਿਲ 10 ਅਵਤਾਰ ਵਿਚਾਰ ਨਾ ਹੋਈ। ਓਅੰਕਾਰ ਦਾ ਵਿਚਾਰ ਬ੍ਰਹਮਾ ਵਿਸ਼ਨ ਤੇ ਮਹੇਸ਼ ਤਿੰਨੇ ਮਿਲ ਕੇ 10 ਅਵਤਾਰਾਂ ਦੇ ਵਿੱਚ ਵੀ ਓਅੰਕਾਰ ਨੂੰ ਸਮਝ ਨਹੀਂ ਸਕਦੇ, ਜਦਕਿ ਓਮ ਜਿਹੜਾ ਹੈ ਉਹ ਬਕਾਇਦਾ ਬ੍ਰਹਮਾ ਵਿਸ਼ਨੂੰ ਔਰ ਮਹੇਸ਼ ਦਾ ਰਿਪਰੈਜ਼ੈਂਟੇਟਿਵ ਹੈ। ਉਹ ਤਿੰਨੇ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦਾ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਰਿਪਰੈਜ਼ੈਂਟ ਕਰਦਾ। ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਹਾਂ, ਓਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸਾਊਂਡ ਆ, ਪਰ ਜੋ ਮੈਂ ਇੱਥੇ ਕੰਪੈਰੀਜ਼ਨ ਕਰ ਰਹੀ ਹਾਂ ਉਹ ਇਸ ਲਈ ਕਰ ਰਹੀ ਹਾਂ ਕਿ ਦੋਨੋਂ ਅਲੱਗ-ਅਲੱਗ ਚੀਜ਼ਾਂ। ਓਮ ਅਲੱਗ ਹੈ, ਓਅੰਕਾਰ ਅਲੱਗ ਹੈ, ਆਪਸ 'ਚ ਕੋਈ ਕੰਪੀਟੀਸ਼ਨ ਹੈ ਹੀ ਨਹੀਂ। ਉਸ ਤੋਂ ਬਾਅਦ ਹੁਣ ਜਿਹੜੀ ਓਅੰਕਾਰ ਜਿਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ, ਉਹ ਕੀ ਆ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਬ੍ਰਹਮਾ ਉਤਪਤ, ਕਿ ਓਅੰਕਾਰ ਤੋਂ ਬ੍ਰਹਮਾ ਉਤਪਤ ਹੁੰਦਾ ਹੈ ਨਾ, ਫਾਰਮ ਹੁੰਦਾ। ਓਮ ਦੇ ਵਿੱਚ ਤਾਂ ਬ੍ਰਹਮਾ ਦੀ ਰਿਪਰੈਜ਼ੈਂਟੇਸ਼ਨ ਹੈ, ਔਰ ਇਹਦੇ ਵਿੱਚੋਂ ਕਹਿੰਦੇ ਕਿ ਉਹਦੇ ਵਿੱਚੋਂ ਹੀ ਬ੍ਰਹਮਾ ਉਤਪਤ ਹੈ। ਔਰ ਉਸ ਤੋਂ ਬਾਅਦ ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਯੁੱਗ ਪਏ, ਔਰ ਉਸੇ ਓਅੰਕਾਰ ਦੇ ਵਿੱਚੋਂ ਸੈਲ ਹੁੰਦਾ ਪਹਾੜ ਔਰ ਸਾਰੇ ਯੁੱਗ ਜਿਹੜੇ ਆ ਉਹ ਬਣਦੇ ਆ। ਸੋ ਬੇਸਿਕਲੀ ਜਿਹੜਾ ਓਮ ਹੈ, ਹੁਣ ਇਹਦੇ ਵਿੱਚ ਕਨਫਿਊਜ਼ਨ ਇਹ ਹੋ ਜਾਂਦੀ ਹੈ ਕਿ ਜਿਹੜੇ ਹਿੰਦੂ ਮਾਈਥੋਲੋਜੀ ਦੇ ਨੂੰ ਸਮਝਦੇ ਆ ਲੋਕ, ਉਹ ਕਹਿੰਦੇ ਆ ਕਿ ਓਮ ਦੇ ਵਿੱਚੋਂ ਇਹ ਪੂਰੀ ਦੁਨੀਆ ਬਣੀ ਹੈ। ਫੇਅਰ ਇਨਫ, ਤੁਸੀਂ ਸਮਝਦੇ ਹੋਵੋਗੇ, ਬਿਲਕੁਲ ਸੱਚ ਵੀ ਹੋ ਸਕਦਾ, ਆਪਾਂ ਇਹਦੇ ਉੱਤੇ ਕੋਈ ਬਹਿਸ ਹੀ ਨਹੀਂ ਆ। ਪਰ ਜੋ ਓਅੰਕਾਰ ਗੁਰੂ ਨਾਨਕ ਕਹਿੰਦੇ ਨੇ, ਉਸ ਓਅੰਕਾਰ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਉਸ ਓਅੰਕਾਰ ਨੂੰ ਬ੍ਰਹਮਾ ਵਿਸ਼ਨ ਮਹੇਸ਼ 10 ਜਨਮ ਲੈ ਕੇ ਵੀ ਸਮਝ ਨਹੀਂ ਸਕਦੇ। ਤਾਂ ਫਿਰ ਓਅੰਕਾਰ ਓਮ ਨਹੀਂ ਹੈ। ਇੰਨੀ ਕੁ ਗੱਲ ਆਪਾਂ ਸਮਝ ਲਈਏ, ਔਰ ਇੰਨਾ ਕੁ ਮੈਨੂੰ ਲੱਗਦਾ ਕਿ ਅੱਜ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਹੋਊਗਾ ਕਿ ਜਿਹੜੀਆਂ ਸਾਡੀਆਂ ਕੰਪੀਟੀਸ਼ਨਸ ਪਾਏ ਗਏ ਆ ਨਾ, ਇੱਕ ਬਕਾਇਦਾ ਇੱਕ ਸਾਜ਼ਿਸ਼ ਦਾ ਹਿੱਸਾ ਆ। ਆਪਾਂ ਇਹਨਾਂ ਸਾਜ਼ਿਸ਼ਾਂ 'ਚੋਂ ਬਾਹਰ ਨਿਕਲੀਏ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਵਾਲੀ ਗੱਲ ਦੇ ਉੱਤੇ ਰਹੀਏ, ਔਰ ਇੱਕ ਦੂਸਰੇ ਨੂੰ ਰਿਸਪੈਕਟ ਵੀ ਕਰਨਾ ਸ਼ੁਰੂ ਕਰੀਏ। ਅੱਜ ਮੈਂ ਇੰਨੀ ਕੁ ਗੱਲ ਕੀਤੀ ਹੈ ਕਿ ਓਮ ਅਤੇ ਓਅੰਕਾਰ ਦੇ ਵਿੱਚ ਫ਼ਰਕ ਕੀ ਹੈ। ਅਗਲੀ ਵਾਰੀ ਜਿਹੜਾ ਅਗਲਾ ਐਪੀਸੋਡ ਹੈ ਉਹਦੇ ਵਿੱਚ ਮੈਂ ਸਿਰਫ ਇੱਕ ਓਂਕਾਰ ਦੇ ਉੱਤੇ ਹੀ ਗੱਲ ਕਰੂੰਗੀ ਕਿ ਇੱਕ ਓਂਕਾਰ ਬੇਸਿਕਲੀ ਹੈ ਕੀ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਲਿਖਿਆ ਤਾਂ ਉਹ ਕੀ ਫਲਸਫਾ ਹੋਊਗਾ। ਜਿੰਨੀ ਕੁ ਮੇਰੀ ਬੁੱਧੀ ਹੈ, ਕਿਉਂਕਿ ਮੇਰੀ ਬੁੱਧੀ ਓਬਵੀਅਸਲੀ ਗੁਰੂ ਨਾਨਕ ਪਾਤਸ਼ਾਹ ਨੂੰ ਮੈਂ ਪਹਿਲਾਂ ਹੀ ਕਿਹਾ ਸੀ ਸਮਝਣਾ ਬਹੁਤ ਔਖਾ ਆ, ਪਰ ਜਿੰਨੀ ਕੁ ਮੇਰੀ ਬੁੱਧੀ ਹੈ, ਜਿੰਨਾ ਕੁ ਮੇਰਾ ਦਿਮਾਗ ਕੰਮ ਕਰੂਗਾ, ਮੈਂ ਉਸ ਹਿਸਾਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਨੂੰ ਇਸ ਗੱਲ ਬਾਰੇ ਥੋੜ੍ਹਾ ਬਹੁਤ ਜਿਹੜਾ ਹੈ ਇਨਫੋਰਮ ਕਰ ਸਕਾਂ ਕਿ ਇੱਕ ਓਂਕਾਰ ਹੈ ਕੀ। ਇੰਨੀ ਗੱਲ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੀ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।